गुरु नानक पद पंकज बंदन पंकज बंदना सिमरो अंगद दुख निकंदना गुरु अमरदास हृदय नित त्याऊं हृदय नित ध्याऊं श्री गुरु रामदास गुण गाऊं गुरु अर्जन विघ्नन के नाशक विघ्नन विघ्नन की नाशक श्री हर गोविंद सोमत प्रकाशक श्री हर राय नमो कर जोरी नमो कर जोरी श्री हर कृष्ण मनाओ बहोरी गुरु तेग बहादुर परम कृपाल परम कृपाला श्री गुरु गोविंद सिंह विशाला तरो तरा पर पुन पुन सीसा पुन पुन सीसा बंदो बार बार जग जगदीशा एक ओंकार सतगुरु प्रसाद सच हुए वाहिगुरु जी की फतेह विघ्न है विनाशन सोए वाहिगुरु जी की फतेह विघ्न है विनाशन सोए दोहरा कवित बाजत निशान के निशान पुप पहरत हाला डोर परत कबेरों के घर में वाहिगुरु जी का खालसा वाहिगुरु जी की फतेह। फतेह। आओ गुरु प्यारे गुरु सवारे सत्संगी जनो रोजाना की तरह पातशाह जी की अपार किरपा बख्शिश का सदका पिछले पहरां दे दीवान सजाउंदे होए आप जी गुरु चरणां विखे हाजरियां लवा रहे हो। आओ लड़ीवार इतिहास की कथा विचार नाल जुड़ना करिए जिस तरह कवि जन मेरे प्रीतम जी दीयां सिफतां दे गुरु प्यारिओ शब्द बना बना के अनेकों तरह दीयां कवितावां बना के सुनाउंदे है ते गुरु पातशाह उन्हां ते बख्शां करदे हन। अगली कथा आरंभ करिए उस तो पहला गुरु चरणों में लवाइए हाजरियां गुरु का बख्शिया फतेह का नारा करिए बुलंद गज के आखिए जी वाहिगुरु जी का खालसा वाहिगुरु जी की फतेह। दोहरा कविता शोभाओं की सागर नवल नहीं नागर है बल भीम सामशील कहाँ लोग नाये। इस तरह धन धन श्री गुरु गोबिंद सिंह जी महाराज जी ਨੂੰ ਮਹਿਮਾ ਕਰਦੇ ਹੋਏ ਸਿਫਤ ਕਰਦੇ ਹੋਏ ਕਵੀ ਜਨ ਕਹਿੰਦੇ ਹਨ ਤੁਸੀਂ ਤਾਂ ਸਿਫਤਾਂ ਦੇ ਸਮੁੰਦਰ ਹੋ। ਤੁਹਾਡੀ ਕਿਹੜੀ ਕਿਹੜੀ ਸਿਫਤ ਦੱਸੀਏ। ਸੰਸਾਰੀ ਉਮਰਾਂ ਭਾਵੇਂ ਉਹਨਾਂ ਨੇ ਸਿਰਫ ਜੀਵਨ ਦੀ 39 ਸਾਲ ਵਰਤੀ ਹੈ ਪਰ 39 ਸਾਲਾਂ ਦੇ ਵਿੱਚ ਉਹਨਾਂ ਨੇ ਇਤਨੇ ਕੌਤਕ ਕਰ ਦਿੱਤੇ ਇਤਨੀ ਕਿਰਪਾ ਕਰ ਦਿੱਤੀ ਸੰਸਾਰ ਦੇ ਵਿੱਚ कि असी वो पूरे गिन नहीं सकते जी। वेदन में शाम सुनो सिद्ध मर जाता निर्मंडल मही में बुराई गुण गाए हो। तो पातशाह जी बख्शिश कर रहे हैं। पिछले दिनी आप इत्थे विचारा छड़ियां सी तेग साचो देग साचो सूरमा शरण साचो साचो पातशाह गुरु गोबिंद कहायो है। तू एवें नहीं गुरु गोबिंद सिंह कहाया तू वाकया जो कहे वो करके बखाए। 1.25 लाख से एक लड़ाऊं तब गोबिंद सिंह नाम कहाऊं। ते वाकया ही 1.25 लाख ना कल्ले कल्ले सिंह का युद्ध करा के ते 1.25 लाख नूं भाजड़ा पाईयां। इस करके महाराज तैनूं एवें नहीं गुरु गोबिंद सिंह कहंदे तेरी देग भाव लंगर भी अटुट है ते तेरी तेग भी सच्ची है जो जुल्म नूं जालम नूं खत्म करदी है पर गरीबां दी ढाल बनदी है। तेरी शरण भी सच्ची है जो शरण आवे
ਤਿਸ ਕੰਠ ਲਗਾਵੇ। ਜਿਹੜਾ ਇਹਦੀ ਸ਼ਰਨ ਵਿੱਚ ਆ ਗਿਆ ਉਹਨੂੰ ਜਮਦੂਤ ਵੀ ਨਹੀਂ ਫੜ ਸਕਦਾ। ਇਸ ਕਰਕੇ ਇਹਦੀ ਸ਼ਰਨ ਸੱਚੀ ਹੈ। ਸ਼ਰਨ ਸੱਚੀ ਕਿਉਂਕਿ ਹੈ, ਜਿਸ ਤਰ੍ਹਾਂ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਸ਼ਿਕਾਰ ਖੇਡਣ ਗਏ ਜੰਗਲਾਂ ਵਿੱਚ, ਤੇ ਉਧਰੋਂ ਜੰਗਲਾਂ ਵਿੱਚ ਸ਼ਿਕਾਰ ਖੇਡਣ ਆ ਗਿਆ ਸ਼ਾਹਜਹਾਂ ਦੇਸ਼ ਦਾ ਰਾਜਾ, ਤੇ ਗੁਰੂ ਪਿਆਰਿਓ ਬਾਜ ਛੱਡੇ ਹੁੰਦੇ ਐ। ਸ਼ਿਕਾਰੀ ਨੂੰ ਬਾਜ ਉੱਪਰ ਘੁੰਮਦਾ ਹੋਇਆ ਥੱਲੇ ਜੰਗਲ ਵਿੱਚ ਵੇਖਦਾ ਕਿੱਥੇ ਕੋਈ ਸ਼ਿਕਾਰ ਫਿਰਦਾ, ਤੇ ਜਿੱਥੇ ਉਹ ਚੱਕਰ ਕੱਢਣ ਲੱਗ ਜਾਵੇ ਤੇ ਉਹਦੇ ਮਾਲਕ ਨੂੰ ਪਤਾ ਲੱਗ ਜਾਂਦਾ ਵੀ ਇੱਥੇ ਕੋਈ ਮਿਰਗ, ਕੋਈ ਜਾਨਵਰ, ਕੋਈ ਸ਼ਿਕਾਰ ਹੈ, ਤੇ ਉਹਦਾ ਮਾਲਕ ਉੱਥੇ ਪਹੁੰਚ ਜਾਂਦਾ, ਦੱਸਣ ਦਾ ਕੰਮ ਕਰਦਾ। ਇਧਰੋਂ ਮੇਰੇ ਪ੍ਰੀਤਮ ਨੇ ਵੀ ਬਾਤ ਛੱਡੇ ਹੋਏ ਆ, ਛੇਵੇਂ ਪਾਤਸ਼ਾਹ ਜੀ ਨੇ, ਤੇ ਸ਼ਾਹਜਹਾਂ ਦੇ ਬੰਦਿਆਂ ਨੇ ਵੀ ਆਪਣੇ ਬਾਤ ਛੱਡੇ ਹੋਏ ਆ। ਤੇ ਜਿਸ ਵੇਲੇ ਹਰਗੋਬਿੰਦ ਸਾਹਿਬ ਜੀ ਦੇ ਬਾਜ ਨੇ ਸ਼ਾਹਜਹਾਂ ਦੇ ਬਾਜ ਨੂੰ ਦੇਖਿਆ, ਉਹਦੇ ਮਗਰ ਪੈ ਗਿਆ ਔਰ ਉਸ ਨੂੰ ਘੇਰ ਕੇ, ਦਵਲ ਕੇ, ਭਜਾ ਕੇ, ਉਡਾ ਕੇ ਕਿੱਥੇ ਲਿਆਂਦਾ, ਜਿੱਥੇ ਗੁਰੂ ਹਰਗੋਬਿੰਦ ਸਾਹਿਬ ਜੀ ਜੰਗਲ ਵਿੱਚ ਵਿਰਾਜਮਾਨ ਹੈ, ਲਿਆ ਕੇ ਮੂਹਰੇ ਸਿੱਟਤਾ। ਕੋ ਸਤ ਜਿਉਂਦਾ ਹੋਇਆ, ਮਾਰਿਆ ਨਹੀਂ, ਜਿਉਂਦਾ ਹੋਇਆ ਲਿਆ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਸਿੱਟਤਾ। ਤੇ ਜਦ ਸ਼ਾਹਜਹਾਂ ਦੇ ਬੰਦਿਆਂ ਨੂੰ ਆਪਣਾ ਬਾਜ ਦੁਬਾਰਾ ਨਾ ਦਿਖਾਈ ਦਿੱਤਾ ਤੇ ਉਹ ਲੱਭਣ ਆਏ ਜੰਗਲ ਚੋਂ। ਲੱਭਦੇ ਲੱਭਦੇ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਲ ਪਹੁੰਚੇ ਦੇ ਪਾਤਸ਼ਾਹ ਉਸ ਬਾਜ ਨੂੰ ਫੜ ਕੇ ਪਲੋਸ ਰਹੇ ਸੀ, ਔਰ ਦਿਲ ਧੜਕ ਰਿਹਾ ਸੀ ਨਾ ਜਾਨਵਰ ਦਾ, ਉਹਨੂੰ ਧੀਰਜ ਦੇ ਰਹੇ ਸੀ, ਪਿਆਰ ਕਰ ਰਹੇ ਸੀਗੇ ਕਿ ਦਿਲ ਟਿਕਾਣੇ ਆ ਜੇ। ਤੇ ਸ਼ਾਹਜਹਾਂ ਦੇ ਬੰਦੇ ਕਹਿੰਦੇ ਬਾਜ ਤਾਂ ਸਾਡਾ ਬਾਜ ਦਿਓ। ਪਾਤਸ਼ਾਹ ਕਹਿੰਦੇ ਸਾਡੀ ਸ਼ਰਨ ਚ ਆ ਗਿਆ, ਹੁਣ ਨਹੀਂ ਮਿਲਦਾ, ਏਕੋ ਸਤਿਨਾਮ। ਬਾਕੀ ਸਾਡੇ ਬਾਜ ਦਾ ਸ਼ਿਕਾਰ ਹੈ, ਸਾਡਾ ਬਾਜ ਘੇਰ ਕੇ ਲਿਆਏ, ਅਸੀਂ ਤੈਨੂੰ ਬਾਜ ਕਿਵੇਂ ਦੇ ਦਈਏ। ਕਹਿੰਦੇ ਇਹ ਬਾਦਸ਼ਾਹ ਸ਼ਾਹਜਹਾਂ ਦਾ ਬਾਜ ਆ, ਮਾੜੇ ਮੋਟੇ ਬੰਦੇ ਦਾ ਬਾਜ ਨਹੀਂ ਹੈਗਾ। ਪਾਤਸ਼ਾਹ ਕਹਿੰਦੇ ਬਾਜ ਤਾਂ ਕੀ, ਅਸੀਂ ਤੁਹਾਡੇ ਕੋਲੋਂ ਤਾਜ ਵੀ ਖੋਣਾ ਤੇ ਰਾਜ ਵੀ ਖੋਣਾ। ਬਾਜ ਤਾਂ ਆ ਗਿਆ, ਹੁਣ ਤਾਜ ਤੇ ਰਾਜ ਰਹਿ ਗਿਆ। ਕੋ ਸਤਿਨਾਮ। ਇਸ ਕਰਕੇ ਗੁਰੂ ਦੀ ਸ਼ਰਨ ਵਿੱਚ ਜੇ ਕੋਈ ਐਸਾ ਬੰਦਾ ਆ ਗਿਆ ਜਿਹਨੂੰ ਕਿਤੇ ਵੀ ਟਿਕਾਣਾ ਨਹੀਂ ਮਿਲਿਆ, ਕਿਤੇ ਵੀ ਉਸ ਨੂੰ ਸੁੱਖ ਨਹੀਂ ਮਿਲਦਾ, ਹਰ ਥਾਂ 'ਤੇ ਉਹਨੂੰ ਖਤਰਾ ਵਿਆਪਦਾ ਹੈ, ਪਰ ਜੇ ਕਿਤੇ ਉਹ ਗੁਰੂ ਦੀ ਸ਼ਰਨ ਵਿੱਚ ਆ ਗਿਆ ਤੇ ਫਿਰ ਉਸ ਦੇ ਸਾਰੇ ਖਤਰੇ ਟਲ ਜਾਣਗੇ। ਫਿਰ ਤਾਂ ਗੁਰੂ ਦੀ ਸ਼ਰਨ ਵਿੱਚੋਂ ਜਮਦੂਤ ਵੀ ਨਹੀਂ ਖੋਹ ਕੇ ਲਿਜਾ ਸਕਦੇ। ਕੋ ਸਤਿਨਾਮ। ਤੇਰੀ ਸ਼ਰਨ ਸਾਚੋ ਪਾਤਸ਼ਾਹ ਗੁਰੂ ਗੋਬਿੰਦ ਕਹਾਇਓ ਹੈ, ਐਵੇਂ ਤਾਂ ਨਹੀਂ ਗੁਰੂ ਗੋਬਿੰਦ ਸਿੰਘ ਕਹਾਇਆ। ਤੋ ਬਾਜ ਦਿੱਤਾ ਨਹੀਂ ਸਤਿਗੁਰਾਂ ਨੇ ਮੁੜ ਕੇ, ਤੇ ਉਸ ਬਾਜ ਦੇ ਪਿੱਛੇ ਹੀ ਸ਼ਾਹਜਹਾਂ ਨੇ ਪਹਿਲਾ ਜੰਗ ਕੀਤਾ ਜਿਹੜਾ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੋਇਆ। ਉਸ ਬਾਜ ਦੇ ਪਿੱਛੇ ਹੀ ਉਹਨਾਂ ਨੇ ਚੜ੍ਹਾਈ ਕੀਤੀ, ਤੇ ਸਤਿਗੁਰ ਵੀ ਕੋਈ ਬਹਾਨਾ ਭਾਲਦੇ ਸੀ ਜੰਗ ਸ਼ੁਰੂ ਹੋਣ ਦੇ, ਤੇ ਇਸ ਕਰਕੇ ਸ਼ੁਰੂਆਤ ਉਹਨਾਂ ਨੇ ਕੀਤੀ ਤੇ ਸਮਾਪਤੀ ਗੁਰੂ ਸਾਹਿਬ ਕਰਦੇ ਆ। ਕੋ ਸਤਿਨਾਮ। ਲੱਲਾ ਬੇਗ ਇੱਥੇ ਲੱਖਾਂ ਦੀ ਗਿਣਤੀ ਦੇ ਵਿੱਚ ਫੌਜ ਲੈ ਕੇ ਆਉਂਦਾ ਹੈ। ਮਹਾਰਾਜ ਗੁਰੂਸਰ ਮਹਾਰਾਜ ਵਿਖੇ ਚੜ੍ਹਾਈ ਉਹ ਕਰਕੇ ਆਉਂਦੇ ਆ ਤੇ ਫੌਜਾਂ ਦੀ ਸਮਾਪਤੀ ਕਰਕੇ ਭੋਗ ਗੁਰੂ ਹਰਗੋਬਿੰਦ ਸਾਹਿਬ ਪਾਉਂਦੇ ਆ। ਕੋ ਸਤਿਨਾਮ। ਛੇਵੇਂ ਪਾਤਸ਼ਾਹ ਪਾਉਂਦੇ ਆ। ਇਸ ਕਰਕੇ ਪਾਤਸ਼ਾਹ ਜੀ ਨੂੰ ਇਹ ਕਵੀ ਕਹਿ ਰਹੇ ਆ, ਤੇਰੀ ਸ਼ਰਨ ਵੀ ਸੱਚੀ ਹੈ। ਜਿਹੜਾ ਤੇਰੀ ਸ਼ਰਨ ਵਿੱਚ ਆ ਗਿਆ ਉਹਨੂੰ ਕੋਈ ਮਾਰਨ ਵਾਲਾ ਨਹੀਂ ਜੰਮਿਆ। ਸਤਿਗੁਰੂ ਪਾਤਸ਼ਾਹ ਜੀ ਐਸੇ ਬਚਨ ਬਾਣੀ ਵਿੱਚ ਬਿਆਨ ਕਰਦੇ ਹਨ ਕਿ ਜਿਨ੍ਹਾਂ ਨੂੰ ਬੜਾ ਦੁੱਖ ਹੋਵੇ, ਜਿਨ੍ਹਾਂ ਨੂੰ ਬੜੀ ਤਕਲੀਫ ਹੋਵੇ, ਜਿਨ੍ਹਾਂ ਨੂੰ ਕੋਈ ਬਚਾਉਣ ਵਾਲਾ ਨਾ ਦਿਸੇ, ਚਿੱਤ ਆਵੇ ਉਸ ਪਾਰ ਬ੍ਰਹਮ ਲੱਗੇ ਨਾ ਤੱਤੀ ਵਾਓ, ਤੇ ਉਹਨਾਂ ਨੂੰ ਫਿਰ ਤੱਤੀ ਵਾਹ ਵੀ ਨਹੀਂ ਲੱਗ ਸਕਦੀ ਜੇ ਉਸ ਵੇਲੇ ਦੁਖੀ ਤਪਦੇ ਹਿਰਦੇ ਵੇਲੇ ਉਹ ਗੁਰੂ ਨੂੰ, ਪਰਮੇਸ਼ਰ ਨੂੰ ਯਾਦ ਕਰ ਲੈਣ। ਤਾਂ ਮੇਰੇ ਪ੍ਰੀਤਮ ਜੀ ਅੱਗੇ ਬਖਸ਼ਿਸ਼ ਕਰਦੇ ਹਨ ਕਿ ਐਵੇਂ ਤੈਨੂੰ ਗੁਰੂ ਗੋਬਿੰਦ ਸਿੰਘ ਨਹੀਂ ਕਹਿੰਦੇ। बेदन में श्याम सोना सिद्ध मुर जादा मेर मंडल माही में गुरियाई गुण गाए हो। और वेदां दे विच शाम, वेदां दे विच तेरी शरण दी महिमा है। जो शरण विच आ गया, जिस तरह मर्यादा विच समुंदर चलता है, पृथ्वी के मंडलों विच सुमेर पर्वत उच्चा है, इसे तरह तुसी वेदां ग्रंथां दे विच श्रोमणी मन्ने गए हो। भाव इतिहास विच धन गुरु गोबिंद सिंह जी नूं सब तो वड्डा अवतार मन्निया गया है। गुरु नानक पातशाह जी के बारे भी लिखिया, सब ते वड्डा सतगुरु नानक जिन कल राखी मेरी। तां वेदां दे विच तैनूं
ਸ਼ਾਮ ਕਰਕੇ ਪੁਕਾਰਿਆ ਗਿਆ ਹੈ। ਵੇਦ ਵੀ ਤੇਰੀ ਸ਼ਰਨ ਵਿੱਚ ਆ ਗਏ ਹਨ। ਭਾਵ ਸਾਰੇ ਗ੍ਰੰਥਾਂ ਦੇ ਬਚਾਉਣ ਵਾਲਾ ਵੀ ਤੂੰ ਹੈ। ਭਾਵ ਜਦੋਂ ਧਰਮ ਜਿਹੜਾ ਡਾਵਾਡੋਲ ਹੋ ਜਾਂਦਾ ਹੈ, ਧਾਰਮਿਕ ਗ੍ਰੰਥਾਂ ਦੀ ਬੇਅਦਬੀ ਕਰਦੇ ਆ ਲੋਕ, ਜਿਸ ਤਰ੍ਹਾਂ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਵਿੱਚ ਲਿਖਿਆ ਹੈ ਕਿ ਬ੍ਰਾਹਮਣ ਮੁੱਲਾ ਖਹਿ ਕੇ ਮਰਦੇ, ਆਪਸ ਵਿੱਚ ਲੜ ਕੇ ਮਰਦੇ ਆ, ਕੋਈ ਕਿਸੇ ਨਾ ਵਰ ਜਈ। ਕਦੋਂ ਜੁਗ ਗਰਦੀ ਜਦ ਹੋਵੇ ਜੱਗ ਵਿੱਚ, ਉਸ ਵੇਲੇ ਕੀ ਹੁੰਦਾ? ਕਹਿੰਦੇ ਇਸ ਤਰ੍ਹਾਂ ਲੜਦੇ ਆ ਲੋਕ ਆਪਸ ਵਿੱਚ, ਜਿਉਂ ਖਹਿ ਜਲਨ ਅੰਗਿਆਰਾ। ਬਾਂਸ ਜਿਵੇਂ ਖਹਿ ਕੇ ਆਪਸ ਵਿੱਚ ਅੱਗ ਪੈਦਾ ਕਰਕੇ ਤੇ ਦੋਨੇ ਹੀ ਮੱਚ ਜਾਂਦੇ ਆ। ਜੰਗਾਂ ਵਿੱਚ ਦੋਨਾਂ ਦੇ ਨੁਕਸਾਨ ਹੁੰਦਾ। ਇਸੇ ਤਰ੍ਹਾਂ ਹੀ ਜਿਹੜੇ ਵੇਦ ਗ੍ਰੰਥ ਗੁਰਹੱਟ ਹੈ, ਲੋਕ ਇਹਨਾਂ ਦੀ ਬੇਅਦਬੀ ਕਰਦੇ। ਆਪਾਂ ਦੇਖ ਰਹੇ ਹਾਂ, ਹੁਣ ਤਾਂ ਕੋਈ ਗੁੱਝੀ ਗੱਲ ਨਹੀਂ ਹੈ। ਤੇ ਇਹ ਗੱਲ ਅੱਜ ਦੀ ਨਹੀਂ, ਭਾਈ ਗੁਰਦਾਸ ਜੀ ਹੋਰਾਂ ਨੇ ਪਿਛਲੇ ਸਮਿਆਂ ਵਿੱਚ ਵੀ ਦੇਖੀ ਆ। ਉਸ ਵੇਲੇ ਜੋ 4 ਵੇਦ ਹਨ ਹਿੰਦੂ ਮਤ ਵਾਲੇ, ਜਿਹੜੇ ਬ੍ਰਹਮਾ ਨੇ ਸਾਜੇ ਕਹਿੰਦੇ ਹਨ, ਉਹਨਾਂ ਵੇਦਾਂ ਦੀ ਬੇਅਦਬੀ ਵੀ ਕੀਤੀ ਹੈ। ਕਿਹਨੇ? ਮੁਗਲਾਂ ਨੇ ਕੀਤੀ ਹੈ। ਮੰਦਰਾਂ ਨੂੰ ਢਾਹ ਦੇਣਾ, ਵੇਦਾਂ ਦੀ ਬੇਅਦਬੀ ਕਰ ਦੇਣਾ, ਰਿਸ਼ੀਆਂ ਮੁਨੀਆਂ ਨੂੰ ਮਾਰ ਦੇਣਾ, ਬ੍ਰਾਹਮਣਾਂ ਨੂੰ ਮਾਰ ਦੇਣਾ। ਭਾਈ ਗੁਰਦਾਸ ਜੀ ਨੇ ਉਹ ਸਮਾਂ ਵੀ ਦੇਖਿਆ, ਸੁਣਿਆ, ਸਮਝਿਆ ਤੇ ਲਿਖ ਦਿੱਤਾ, ਵੇਦ ਗ੍ਰੰਥ ਗੁਰਹੱਟ ਹੈ, ਜਿਸ ਲਗ ਭਉਜਲ ਪਾਰ ਉਤਾਰਾ। ਭਲਿਓ ਇਹਨਾਂ ਦੀ ਸ਼ਰਨ ਲੈ ਕੇ ਤਾਂ ਤੁਹਾਡੀ ਮੁਕਤੀ ਹੋਣੀ ਹੈ, ਤੁਸੀਂ ਇਹਨਾਂ ਦੀ ਬੇਅਦਬੀ ਤੇ ਉਤਰੇ ਆਏ, ਤੇ ਤੁਹਾਡਾ ਭਲਾ ਕਿੱਥੇ ਹੋਣਾ? ਜਦੋਂ ਯੁੱਗ ਪਲਟਦਾ ਉਦੋਂ ਇਹੋ ਜਿਹੀਆਂ ਗੱਲਾਂ ਹੁੰਦੀਆਂ। ਜ਼ਰੂਰ ਫਿਰ ਕੋਈ ਨਾ ਕੋਈ ਰੱਬ ਦਾ ਪਿਆਰਾ ਅਵਤਾਰ ਲੈ ਕੇ ਆਉਂਦਾ ਤੇ ਫਿਰ ਦੁਨੀਆ ਸਿੱਧੇ ਰਸਤੇ ਪਾਉਂਦਾ। ਜਦੋਂ ਜੋ ਗਰਦੀ ਹਨੇਰ ਗਰਦੀ ਦੁਨੀਆ ਵਿੱਚ ਮਚ ਜਾਵੇ, ਜਦੋਂ ਰਾਜੇ ਜਨਤਾ ਦੀ ਗੱਲ ਨਾ ਸੁਣਨ, ਰਾਜੇ ਸ਼ੀ ਮੁਕੱਦਮ ਕੁੱਤੇ, ਉਲਟਾ ਰਾਜੇ ਤਾਂ ਲਾਲਚੀ ਹੋ ਕਰਕੇ ਜਨਤਾ ਦਾ ਖੂਨ ਪੀਣ ਤੇ ਉੱਤੇ ਜਾਣ, ਰਾਜੇ ਬਘਿਆੜ ਬਣ ਜਾਣ ਤੇ ਉਹਨਾਂ ਦੀਆਂ ਹੇਠਲੇ ਅਫਸਰ ਹੈ ਜਿਹੜੇ ਵਜ਼ੀਰ ਮੰਤਰੀ ਸਾਰੇ ਇਹ ਕੁੱਤਿਆਂ ਦਾ ਰੂਪ ਧਾਰ ਲੈਂਦੇ ਆ। ਜਦ ਰਾਜਾ ਨਹੀਂ ਟਲਦਾ ਤੇ ਫਿਰ ਹੇਠਲਿਆਂ ਨੂੰ ਰੋਕਣ ਵਾਲਾ ਕੌਣ ਹੈ? ਉਹ ਵੀ ਜਨਤਾ ਦਾ ਖੂਨ ਪੀਂਦੇ ਆ, ਲਾਲਚੀ ਬਣ ਕੇ, ਰਿਸ਼ਵਤਾਂ ਲੈ ਕੇ। ਤਾਂ ਮੇਰੇ ਪ੍ਰੀਤਮ ਜੀ ਕਹਿੰਦੇ, ਮਹਾਰਾਜ ਵੇਦ ਵੀ ਤੇਰੀ ਸ਼ਰਨ ਵਿੱਚ ਆਏ ਕਿ ਸਾਨੂੰ ਬਚਾਓ, ਕਿ ਸਮਾਂ ਸੀਗਾ। ਔਰ ਇਤਿਹਾਸ ਵਿੱਚ ਇਹ ਵੀ ਕਹਿੰਦੇ ਆ ਕਿ ਜਿਹੜੇ ਭੱਟਾਂ ਦੇ 11 ਭੱਟਾਂ ਦੀ ਬਾਣੀ ਹੈ ਨਾ, ਇਹ ਕਹਿੰਦੇ 4 ਵੇਦਾਂ ਨੇ 11 ਭੱਟਾਂ ਦਾ ਰੂਪ ਧਾਰ ਕੇ ਗੁਰੂ ਅਰਜਨ ਦੇਵ ਜੀ ਨੂੰ ਬੇਨਤੀ ਕੀਤੀ ਸੀ, ਮਹਾਰਾਜ ਸਾਡਾ ਖਾਤਮਾ ਹੁੰਦਾ ਜਾ ਰਿਹਾ, ਸਾਡਾ ਕਿਵੇਂ ਦੁਨੀਆ 'ਚ ਨਾਮ ਰਹੇਗਾ। ਤੇ ਉਹਨਾਂ ਭੱਟਾਂ ਨੂੰ ਗੁਰੂ ਸਾਹਿਬ ਕਹਿਣ ਲੱਗੇ ਵੀ ਤੁਸੀਂ ਪਰਮੇਸ਼ਰ ਦੀ ਸਿਫਤ ਕਰੋਗੇ ਤਾਂ ਬਚੋਗੇ। ਤੇ ਭੱਟ ਕਹਿੰਦੇ ਵੀ ਸਾਨੂੰ ਸਿਫਤ ਕਰਨੀ ਨਹੀਂ ਆਉਂਦੀ ਮਹਾਰਾਜ। ਸਤਿਗੁਰੂ ਅਰਜਨ ਦੇਵ ਜੀ ਨੇ ਫਿਰ ਸਵਈਏ ਆਰੰਭ ਕਰਕੇ ਪਹਿਲਾਂ ਆਪ ਉਚਾਰਨ ਕੀਤੇ, ਉਹਨਾਂ ਨੂੰ ਸੁਣਾਏ। ਫਿਰ ਭੱਟਾਂ ਨੇ ਵਾਰੀ ਉਸ ਢੰਗ ਨਾਲ ਸਿਫਤ ਕੀਤੀ। ਇਹਨਾਂ ਭੱਟਾਂ ਦਾ ਮੁਖੀ ਬ੍ਰਹਮਾ, ਜਿਹੜਾ ਵੇਦਾਂ ਦਾ ਕਰਤਾ ਕਹਿ ਦਿਓ, ਕਹਿੰਦੀ ਉਹ ਬ੍ਰਹਮਾ। ਫਿਰ ਜਿਹੜਾ ਭੱਟ ਹੈ ਇੱਕ, ਉਹ ਕੀ ਕਹਿੰਦਾ ਹੈ? ਬਰਸ ਏਕ ਹੋ ਫਿਰਿਓ ਕਿਨਹਿ ਨੇ ਪਰਚੋ ਲਾਇਓ, ਕਹਿਤਿਆਂ ਕਹਿਤੀ ਸੁਣੀ ਰਹਿਤ ਕੋ ਖੁਸ਼ੀ ਨਾ ਆਇਓ। ਹੇ ਗੁਰੂ ਅਰਜਨ ਦੇਵ ਜੀ, ਅੱਜ ਤੱਕ ਜਿੰਨੇ ਵੀ ਅਸੀਂ ਰੱਬ ਦੇ ਪਿਆਰਿਆਂ ਨੂੰ ਮਿਲਣਾ ਕੀਤਾ, ਭਾਵ ਜਿਹੜੇ ਆਪਣੇ ਆਪ ਨੂੰ ਕਹਿੰਦੇ ਸੀ ਕਿ ਅਸੀਂ ਰੱਬ ਨਾਲ ਮਿਲਾ ਦਿਆਂਗੇ, ਉਹਨਾਂ ਕੋਲੇ ਜਾ ਕੇ ਸਾਨੂੰ ਇੰਨਾ ਅਨੁਭਵ ਨਹੀਂ ਹੋਇਆ, ਖੁਸ਼ੀ ਨਹੀਂ ਹੋਈ ਜਿੰਨੀ ਤੁਹਾਡੇ ਕੋਲੇ ਆ ਕੇ ਹੋਈ। ਸਾਨੂੰ ਸਾਲ ਭਰ ਹੋ ਗਿਆ ਫਿਰਦਿਆਂ ਨੂੰ। ਬਰਸ ਏਕ ਹੋ ਫਿਰਿਓ ਕਿਨੇ ਨਾ ਪਰਚੋ ਲਾਇਓ, ਕਹਿਤਿਆਂ ਕਹਿਤੀ ਸੁਣੀ ਰਹਿਤ, ਗੱਲਾਂ ਬਹੁਤ ਸੁਣਾਉਂਦੇ ਆ ਪਰ ਸ਼ਾਂਤੀ ਨਹੀਂ ਆਈ, ਚਿੱਤ ਨੂੰ ਖੁਸ਼ੀ ਨਹੀਂ ਹੋਈ, ਸੁਣ ਕੇ ਗਿਆਨ ਨਹੀਂ ਹੋਇਆ ਜਿੰਨਾ ਤੁਹਾਡੇ ਕੋਲੋਂ ਹੋਇਆ। ਇਸ ਕਰਕੇ ਇੱਥੇ ਭਾਈ ਸਾਹਿਬ ਜੀ ਕਹਿੰਦੇ ਹਨ ਕਿ ਵੇਦਾਂ ਨੇ ਵੀ ਤੇਰੀ ਸ਼ਰਨ ਲਈ। ਸਿੰਧ ਮਰਜ਼ਾਦਾ, ਕਿਉਂਕਿ ਤੁਸੀਂ ਹੀ ਮਰਜ਼ਾਦਾ ਦੇ ਸਮੁੰਦਰ ਹੋ। ਦੁਨੀਆ ਵਿੱਚ ਮਰਜ਼ਾਦਾ ਵਿਗੜ ਗਈ ਸੀ ਨਾ। ਜਿਹੜੇ ਮੁਗਲ ਸਨ ਉਹ ਹਿੰਦੂ ਮਤ ਨੂੰ ਖਤਮ ਕਰਨ ਲੱਗੇ ਸੀ, ਤੇ ਅੱਜ ਜਿਹੜਾ ਹੈ ਗੁਰੂ ਨਾਨਕ ਦੇ ਇਸ ਪਵਿੱਤਰ ਮਾਰਗ ਨੂੰ ਕੁਝ ਲੋਕ ਚਾਹੁੰਦੇ ਆ ਕਿ ਸ਼ਾਇਦ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਕੇ ਇਹਨਾਂ ਦਿਲ ਦੁਖਾਵਾਂਗੇ, ਇਹਨਾਂ ਦਾ ਖਾਤਮਾ ਕਰ ਦਿਆਂਗੇ। ਜਦੋਂ ਇਹ ਇਸ ਪਾਸੇ ਚੱਲਣਗੇ ਫਿਰ ਇਹਨਾਂ ਨੂੰ ਖਤਮ ਕਰਨ ਵਾਲਾ ਕੋਈ ਹੋਰ ਅਵਤਾਰ ਆਵੇਗਾ, ਜਿਵੇਂ ਨੇਕਲੰਕ ਕਹਿੰਦੇ ਆ, ਕੋ ਸਤਨਾਮ, ਫਿਰ ਉਹ ਇਹਨਾਂ ਨੂੰ ਸਿੱਧੇ ਰਸਤੇ ਪਾਵੇਗਾ। ਜਦੋਂ ਇਹਨਾਂ ਦੇ ਵਿਪਤਾ ਦੀ ਘੜੀ ਸੀ, ਮੁਗਲਾਂ ਨੂੰ ਉਸ ਵੇਲੇ ਸਮਝਾਉਣ ਵਾਸਤੇ ਗੁਰੂ ਗੋਬਿੰਦ ਸਿੰਘ ਜੀ ਆਏ। ਮਰਜ਼ਾਦਾ ਦੇ ਸਮੁੰਦਰ ਦਾ ਮਤਲਬ ਤੁਸੀਂ ਦੁਬਾਰਾ ਧਰਮ ਦੀ ਮਰਜ਼ਾਦਾ ਕਾਇਮ ਕਰਦੇ। ਜਦੋਂ ਦੁਨੀਆ ਮਰਜ਼ਾਦਾ ਤੋਂ ਨਿਕਲ ਜਾਂਦੀ ਹੈ
जाए जहाँ तै धर्म चलावो, दुष्ट दोखियन पकड़ पछारो। जाओ जाके धर्म का पसार करो और दुष्टां दोखियां का खात्मा करो। मैनू ये कह के परमेश्वर ने भेजे है, ना मैं कोई डिंब धारा ना कोई पखंड कर, मैं उसका हुक्म बजाउण आया, हुक्म बजा के जावांगा। तो मेरे प्रीतम जी अगे बख्शिश करते हैं कि तो मर्यादा का समुंदर है, जिस तरह धरती के उत्ते सुमेर पर्वत शिरोमणी है, इस तरह तुसी गुरता गद्दी नूं प्राप्त करके शिरोमणी हो गए हो। मैं तुहाडी सिफत किवें करां जी। शर्म की सागर सपूतन के सिर मोर, सुंदर सुधाकर से सुंदर कनाय हो। भाव ज्ञान मर्यादा दे पुरुषोत्तम, पुरुषो उत्तम दो शब्दां दा जोड़ है। पुरुष उत्तम, उत्तम पुरुष जब इकट्ठा कहांगे तो ऊड़ा अलोप हो जाऊगा, खत्म हो जाऊगा, उत्थे ऊड़े थां ते होड़ा आ जाऊगा ते शब्द बन जाऊगा पुरुषोत्तम। तो तुसी पुरुषोत्तम उत्तम पुरुष हो, ज्ञान दे दाते, मर्यादा दे दाते अते अचल सदा रहन वाले जी। रचन में दान पान पानी हरि चंद की सी, विद बिने बड़े बंस चल आए हो। इस तरह तुसी शिरोमणी हो, सुंदर चंद्रमा तो भी सोहने गिने गए हो, क्योंकि संसार में चंद्रमा सोहना लगता है, पर चंद्रमा नूं भी दाग है, कलंक है। मेरे प्रीतम तां नेह कलंक हन, कहो सतनाम। इस करके कवि जी कहते तुसी चंद्रमा तो भी सोहने हो। और मात लोक दे आ विच आ करके जिहड़ी बाणी रचनी कीती, वैसे शारदा देवी सरस्वती देवी हिंदू मत विच मन्नी गई है, जिहड़ी ज्ञानी अपना बाणी की रचना है, ज्ञान की जिहड़ी देवी मन्नी गई है हिंदू मत विच सरस्वती। कवि लोग जिहड़े हन इस दी आराधना करते हैं भी तू सानू ज्ञान दे, असीं कवितावां रचना करिए। पर इत्थे कवि सिफत करते करते अपनी उस देवी नूं भी छोटी करके तैनूं वड्डा कह रहे आ। को सतनाम कि तेरे कोलों ही उसनूं ज्ञान मिलता है, क्योंकि सतगुरु परमेश्वर जिहड़े हन ये सारियां दे श्रोमणी है ते सब नूं ज्ञान दे दाते देण वाले ये हन। नमो सूरज, सूरज सूरजां दे उत्तों श्रोमणी सूरज तू है, भावें ना सूरजां च तेरा ही प्रकाश है। नमो चंद्र, चंद्रे चंद्रमा विच तेरा प्रकाश है। नमो राज राजे, नमो साज साजे, नमो सर्वकर्ता, नमो सर्वहरता, नमो सारियां नूं बनाउण वाला, खोण वाला, देण वाला। नमो काल काले, नमो सर पाले, मारन वाला, पालन वाला, बचाउण वाला, ये सब कुछ तू है। इस करके इत्थे गुरु साहब नूं कहंदे रचन मैदान बाण बानी हरि चंद की सी, तुसी शारदा सरस्वती देवी तो भी वड्डे ज्ञान दे दाते हो, बाणी रचना करन वाले हो। ते राजा हरि चंद दान देण विच बड़ा मशहूर होया दुनिया दे विच, पर तुसी तां उदों भी वड्डे दानी हो। हरि चंद ने गुरु प्यारो अपने बचना विच बन करके अपना राजदान करता, ते राजदान करन तो बाद राजा ते राणी ते उहदा एक पुत्र दोने विछड़ गए, तिन्ने विछड़ गए। हुण आपदे खाण वास्ते भोजन लभदे फिरदे आ, पर किते कोई इंतजाम नहीं बनदा। अखीर राजा ते राणी दोने दो घरां दे विच जाके नौकर लग जांदे आ। कोई सतनाम। जिहड़ा बच्चा वो राणी दे नाल रहिंदा। परमेश्वर ने ऐसी प्रीख्या पाई राजे हरि चंद दी, जिवें कहानी तो बड़ी वड्डी है पर अपन संखेप विच थोड़ी गल समझिए। राजा हरि चंद है जिहड़ा ये शमशान घाट च नौकरी करदा, जिहड़ा ठेकेदार है शमशान घाट दा, उन्हें अगे नौकर रखे मुर्दियां नूं जलाउण वास्ते, ते नाल उन्हां नूं इह भी कहा भी जिहड़ा कुछ भी इत्थे आवे वो मैनूं देना। उन्हां समयां दे विच तां एक टका लैके मुर्दे नूं साड़न दा हुक्म सीगा अपना ठेकेदार दा, जिन्हें शमशान घाट दा ठेका लिया, गां बंदे रखे आ, उन्हें इन्हें हरि चंद नौकर रखे आ। को सतनाम। ते इह शमशान घाट दे विच काम करन वाले लगभग उन्हां समयां दे विच उन्हां आ जांदे ने शूद्र कहा जांदा। और राजा हरि चंद एक शूद्र की ड्यूटी कर रहा है।
ਤੇ ਰਾਣੀ ਜਿਹੜੀ ਹੈ ਕਿਸੇ ਰਾਜੇ ਦੇ ਘਰ ਨੌਕਰੀ ਕਰਦੀ ਹੈ, ਉਹਨਾਂ ਦੀ ਪਟਰਾਣੀ ਦੀ ਸੇਵਾ ਕਰਨ ਦੀ, ਉਹਨਾਂ ਦੇ ਸਿਰ ਵਾਹੁਣ ਦੀ, ਉਹਦੇ ਸਿਰ ਗੁੰਦਣ ਦੀ, ਸ਼ਿੰਗਾਰ ਕਰਨ ਦੀ, ਇਹ ਡਿਊਟੀ ਉਹ ਕਰਦੀ ਹੈ। ਉਧਰ ਕਹਿੰਦੇ ਰਾਜੇ ਹਰੀ ਚੰਦ ਦਾ ਪੁੱਤਰ ਮਰ ਗਿਆ ਸੱਪ ਲੜ ਕੇ, ਕਿ ਹੁਣ ਸ਼ਮਸ਼ਾਨ ਘਾਟ ਦੇ ਵਿੱਚ ਜਾ ਕੇ ਦਫਨਾਉਣਾ ਉਹ ਬੱਚੇ ਨੂੰ ਜਾਂ ਸੰਸਕਾਰ ਕਰਨਾ। ਤੇ ਉਹ ਨੌਕਰਾਣੀ ਦੇ ਰੂਪ 'ਚ ਘੁੰਮ ਰਹੀ ਹੈ ਵਿਚਾਰੀ, ਤੇ ਬੱਚੇ ਨੂੰ ਲੈ ਕੇ ਚਲੀ ਗਈ ਸ਼ਮਸ਼ਾਨ ਘਾਟ। ਕਹਿੰਦੇ ਵੀ ਇਹ ਬੱਚਾ ਮਰ ਗਿਆ ਮੇਰਾ, ਪਛਾਣਦੀ ਵੀ ਹੈ ਮੇਰਾ ਪਤੀ ਹੈ, ਜਾਣਦੀ ਹੈ ਦੋਨੇ ਇੱਕ ਦੂਜੇ ਨੂੰ। ਰਾਣੀ ਨੂੰ ਵੀ ਪਤਾ ਕਿ ਮੇਰਾ ਪਤੀ ਜਿਹੜਾ ਸ਼ਮਸ਼ਾਨ ਘਾਟ 'ਚ ਨੌਕਰੀ ਕਰਦਾ। ਉਹ ਕਹਿਣ ਲੱਗੀ ਮੈਂ ਬੱਚੇ ਨੂੰ ਇੱਥੇ ਸੰਸਕਾਰ ਕਰਨਾ, ਜੇ ਛੋਟਾ ਹੋਇਆ ਤਾਂ ਦਫਨਾਉਣਾ। ਉਹ ਕਹਿੰਦਾ ਪਹਿਲਾਂ 1 ਰੁਪਈਆ ਦੇ। ਕਹੋ ਸਤਨਾਮ। ਉਹ ਕਹਿਣ ਲੱਗੀ ਕਮਾਲ ਹੋ ਗਈ, ਤੂੰ ਮੇਰੇ ਘਰ ਵਾਲਾ, ਤੇਰਾ ਵੀ ਤਾਂ ਮੁੰਡਾ, ਕਹਿੰਦੇ ਮੇਰਾ ਮੁੰਡਾ ਹੋਊਗਾ, ਕੋਈ ਸਮਾਂ ਹੋਊਗਾ, ਪਰ ਮੈਂ ਨੌਕਰੀ ਕਰ ਰਿਹਾ, ਮੈਂ 1 ਰੁਪਈਆ ਲਏ ਬਿਨਾਂ, 1 ਟਕਾ ਲਏ ਬਿਨਾਂ ਤੈਨੂੰ ਇੱਥੇ ਦਾ ਜਿਹੜਾ ਅੰਤਮ ਕਿਰਿਆ ਨਹੀਂ ਕਰਨ ਦਿੰਦਾ। ਕਹੋ ਸਤਨਾਮ। ਤੂੰ ਇਸ ਕਰਕੇ ਗੁਰੂ ਪਿਆਰੋ, ਇਸੇ ਤਰ੍ਹਾਂ ਕੋਈ ਸਮਾਂ ਸੀ, ਪਾਣੀ ਲੈਣ ਵਾਸਤੇ ਗਿਆ ਸ਼ਮਸ਼ਾਨ ਘਾਟ ਵਾਲਾ ਹਰੀ ਚੰਦ ਦਰਿਆ ਤੋਂ, ਤੇ ਰਾਣੀ ਵੀ ਉੱਥੇ ਆਈ ਹੋਈ ਸੀਗੀ। ਇਹ ਉਹਨੂੰ ਕਹਿੰਦਾ ਮੈਨੂੰ ਘੜਾ ਚਕਾ ਦਿਓ। ਕਹਿੰਦੀ ਤੂੰ ਸ਼ੂਦਰਾਂ ਦੇ ਡਿਊਟੀ ਕਰਦਾ, ਇਸ ਕਰਕੇ ਮੈਂ ਤੈਨੂੰ ਘੜਾ ਨਹੀਂ ਚਕਾ ਸਕਦੀ। ਭਾਵ ਦੋਨਾਂ ਨੇ ਆਪਣੇ ਫਰਜ਼ਾਂ ਨੂੰ ਨਿਭਾਇਆ ਪੂਰਾ। ਐਡਾ ਦਾਨੀ ਸੀ ਉਹ ਕਿ ਉਸ ਨੇ ਪੁੱਤਰ ਦੇ, ਆਪਣਾ ਮਲ ਧਰਮੀ ਸੀ, ਧਰਮ ਦੇ ਵਿੱਚ ਰਾਜ ਭਾਗ ਦਾਨ ਕਰਕੇ ਐਸੀ ਅਵਸਥਾ ਉਹਨਾਂ ਦੀ ਬਣ ਗਈ, ਉਹਨੇ ਆਪਣੀ ਰਾਣੀ ਤੋਂ ਵੀ 1 ਰੁਪਈਆ ਮੰਗਿਆ। ਅਸਲ ਵਿੱਚ ਉਹਨਾਂ ਦੀ ਪ੍ਰੀਖਿਆ ਚੱਲ ਰਹੀ ਸੀ। ਜਦ ਉਸਨੇ ਨਾ ਸੰਸਕਾਰ ਕਰਨ ਤੱਕ ਕਾਫੀ ਸਮਾਂ ਲੱਗ ਗਿਆ, ਫਿਰ ਪਰਮੇਸ਼ਰ ਨੇ ਆ ਕੇ ਉਹਨੂੰ ਦਰਸ਼ਨ ਵੀ ਦਿੱਤੇ ਤੇ ਉਹਨਾਂ ਨੂੰ ਧਰਮ ਤੇ ਚੱਲਣਾ ਵੀ ਜਿਹੜਾ ਸ਼ਾਬਾਸ਼ ਸੀ ਕਿ ਤੁਸੀਂ ਆਪਣੇ ਧਰਮ ਨੂੰ ਨਿਭਾਇਆ। ਪਰ ਇੱਥੇ ਧੰਨ ਗੁਰੂ ਗੋਬਿੰਦ ਸਿੰਘ ਜੀ ਦਾ ਧਰਮ ਕਿੱਡਾ ਵੱਡਾ, ਇਹਨਾਂ ਨੇ ਆਪਣੇ ਪੁੱਤਰਾਂ ਨੂੰ ਸਾਡੇ ਵਾਸਤੇ ਕੁਰਬਾਨ ਕੀਤਾ। ਕਹੋ ਸਤਨਾਮ। ਪਹਿਲਾਂ ਆਪਣੇ ਪਿਤਾ ਨੂੰ ਕੁਰਬਾਨ ਕੀਤਾ, ਫਿਰ ਜੰਗ ਦੇ ਮੈਦਾਨ ਵਿੱਚ ਆਪਣੇ ਵੱਡੇ ਸਾਹਿਬ ਨੂੰ ਹੱਥੀਂ ਤਿਆਰ ਕਰਕੇ ਜੰਗ ਦੇ ਮੈਦਾਨ ਵਿੱਚ ਭੇਜਿਆ ਆਪਣਾ ਜੰਗ ਕਰਨ ਵਾਸਤੇ। ਫਿਰ ਇੱਥੇ ਰਾਜਾ ਮੰਗਦਾ 1 ਟਕਾ ਉਹਨੂੰ ਸੰਸਕਾਰ ਕਰਨ ਦਾ। ਉੱਥੇ ਭਾਈ ਦਇਆ ਸਿੰਘ ਜਦ ਲੰਘਣ ਲੱਗੇ ਪਾਤਸ਼ਾਹ ਦੇ ਨਾਲ 3 ਜਣੇ, ਤੇ ਜੰਗ ਦੇ ਮੈਦਾਨ ਵਿੱਚ ਸਾਰੇ ਸ਼ਹੀਦ ਹੋਏ, ਦੁਸ਼ਮਣ ਵੀ ਪਏ ਐ, ਸਿੰਘ ਵੀ ਪਏ ਨੇ। ਐਨ ਜਦੋਂ ਕਿਤੇ ਸਾਹਿਬਜ਼ਾਦਿਆਂ ਕੋਲ ਪਹੁੰਚੇ ਤੇ ਬਿਜਲੀ ਚਮਕੀ ਤੇ ਦਇਆ ਸਿੰਘ ਦੀ ਨਿਗਾਹ ਸਾਹਿਬਜ਼ਾਦੇ ਤੇ ਪੈ ਗਈ। ਅਜੀਤ ਸਿੰਘ ਖੜ ਗਿਆ, ਪਾਤਸ਼ਾਹ ਖੜ ਕੇ ਕੀ ਹੋ ਗਿਆ? ਕੁਛ ਨਹੀਂ ਮਹਾਰਾਜ। ਪਰਨਾ ਖੋਲਿਆ ਲੱਕ ਤੋਂ, ਸਾਹਿਬਜ਼ਾਦੇ ਤੇ ਪਾਉਣ ਲੱਗਿਆ। ਕੀ ਕਰਦਾ? ਕਰਨਾ ਕੀ ਹੈ ਮਹਾਰਾਜ? ਕੈਸੀ ਘੜੀ ਆ ਗਈ ਹੈ। ਸਾਹਿਬਜ਼ਾਦੇ ਕਿਤੇ ਘੋੜਿਆਂ ਤੇ ਚੜ੍ਹਦੇ ਨਕਾ ਕੌਤਕ ਕਰਕੇ ਸੰਗਤ ਨੂੰ ਖੁਸ਼ ਕਰਦੇ ਸੀ। ਅਸੀਂ ਕੁਛ ਨਹੀਂ ਕਰ ਸਕਦੇ, ਇੱਕ ਸਰੋਪਤ ਉੱਤੇ ਪਾ ਦਈਏ, ਦੇ ਉੱਤੇ ਕਫਨ ਦੇ ਰੂਪ 'ਚ ਕੱਪੜਾ ਦੇ ਦਈਏ। ਪਾਤਸ਼ਾਹ ਕਹਿੰਦੇ ਕਿੰਨਾ ਕੱਪੜਾ ਤੇਰੇ ਕੋਲੇ? ਕਹਿੰਦੇ ਜੀ ਆਹੀ ਕਮਰ ਕਾ ਸਹੀ ਆ, ਲੱਕ ਨਾਲ ਬੱਝਿਆ ਹੋਇਆ। ਕਹਿੰਦੇ ਫਿਰ ਚੱਕ ਲੈ, ਜਾਂ ਤਾਂ ਸਾਰਿਆਂ ਨੂੰ ਢੱਕ ਦੇ ਜਾਂ ਇਹਨੂੰ ਵੀ ਨਾਲ ਹੀ ਨੰਗਾ ਹੀ ਰਹਿਣ ਦੇ। ਕਹੋ ਸਤਿਨਾਮ। ਕਫਨ ਨਹੀਂ ਪਾਉਣਾ, ਦੁਨੀਆ ਕਹੂਗੀ ਆਪਦੇ ਪੁੱਤਾਂ ਨੂੰ ਢੱਕ ਗਿਆ ਤੇ ਬਾਕੀ ਕਿਹਦੇ ਸੀਗੇ? ਇਹ ਸਾਰੇ ਮੇਰੇ ਆ। ਕਹੋ ਸਤਿਨਾਮ। ਇਹ ਫਕੀਰ ਜਿਹੜੇ ਹੁੰਦੇ ਆ ਨਾ, ਰੱਬ ਨਾਲ ਐ ਇੱਕਮਿਕ ਹੋ ਜਾਂਦੇ ਆ। ਉਹਨਾਂ ਵਾਸਤੇ ਸੰਗਤ ਤੇ ਪਰਿਵਾਰ ਅਲੱਗ-ਅਲੱਗ ਨਹੀਂ ਹੁੰਦੇਗੇ। ਮੈਂ ਤੁਹਾਨੂੰ ਇਹੋ ਜਿਹੀਆਂ ਕਿਤਨੀਆਂ ਉਦਾਹਰਨਾਂ ਸੁਣਾਵਾਂ। ਹਰਗੋਬਿੰਦ ਸਾਹਿਬ ਜੀ ਦੀ ਬੱਚੀ ਬੀਬੀ ਵੀਰੋ ਦੀ ਸ਼ਾਦੀ ਆ, ਘਰੇ ਲੱਡੂ ਬਣੇ ਪਏ ਆ, ਕੋਠਾ ਭਰਿਆ ਪਿਆ। ਚਾਂਦ ਚੱਕ ਸੰਗਤ ਆ ਗਈ ਉਸ ਵੇਲੇ ਜਦੋਂ ਕਿ ਲੰਗਰ ਦੇ ਵਿੱਚ ਪ੍ਰਸ਼ਾਦਾ ਸਵੇਰ ਵਾਲਾ ਮਸਤ ਹੋ ਗਿਆ। ਭਾਵ ਸ਼ਾਮ ਦਾ ਲੰਗਰ ਬਣਿਆ ਨਹੀਂ, ਸਵੇਰ ਦਾ ਵਰਤ ਗਿਆ ਸਰ। ਤੇ ਲਾਂਗਰੀ ਕਹਿਣ ਲੱਗੇ ਮਹਾਰਾਜ ਸੰਗਤ ਆਈ ਹੈ ਨਵੀਂ ਆ, ਗੱਡੀ ਭਰ ਕੇ ਤੇ ਇਹਨਾਂ ਨੂੰ ਕੀ ਛਕਾਈਏ? ਹੁਣ ਸ਼ਾਮਾਂ ਦਾ ਲੰਗਰ ਬਣਿਆ ਨਹੀਂ, ਇਹਨਾਂ ਨੂੰ ਭੁੱਖ ਲੱਗੀ ਹੈ, ਬੱਚੇ ਰੋਟੀ ਮੰਗਦੇ ਆ। ਕਹਿੰਦੇ ਫਿਰ ਕੀ ਹੋ ਗਿਆ? ਆਪਣੇ ਘਰੇ ਲੱਡੂ ਪਏ ਆ, 2 ਟੋਕਰੇ ਭਰ ਲਿਆਓ ਘਰੋਂ। ਵੀਰੋ ਦੇ ਵਿਆਹ ਲੱਡੂ ਬਣਾਏ ਆਪਾਂ, ਠੀਕ ਆ ਜੀ। 2 ਸਿੱਖ ਟੋਕਰੇ ਲੈ ਕੇ ਚਲੇ ਗਏ ਘਰੇ ਲੱਡੂ ਲੈਣ ਵਾਸਤੇ। ਅੱਗੇ ਬੀਬੀ ਵੀਰੋ ਦੀ ਮਾਤਾ ਹੈ, ਮਾਤਾ ਚੰਦੋ ਆਪਣਾ ਮਾਤਾ ਜੀ ਵੱਡੇ ਮਾਤਾ ਸਤਿਗੁਰਾਂ ਦੇ ਪਹਿਲੇ ਵਿਆਹ ਦੇ ਉਹਨਾਂ ਦੀ ਬੱਚੀ ਹੈ। ਤੇ ਗੁਰੂ ਪਿਆਰਿਓ, ਜਿਸ ਵੇਲੇ ਮਾਤਾ ਜੀ ਨੂੰ ਜਾ ਕੇ ਬੇਨਤੀ ਕੀਤੀ, ਕਹਿਣ ਲੱਗੇ ਮਾਤਾ ਜੀ ਲੱਡੂ ਲੈ ਕੇ ਜਾਣੇ ਆ 2 ਟੋਕਰੇ। ਕਾਹਦੇ ਵਾਸਤੇ ਭਾਈ? ਮਾਤਾ ਜੀ ਸੰਗਤ ਆਈ ਹੈ ਤੇ ਪ੍ਰਸ਼ਾਦਾ ਹੈ ਨਹੀਂ, ਤੇ ਬਾਬਾ ਜੀ ਕਹਿੰਦੇ ਵੀ ਲੱਡੂ ਲਿਆਓ ਘਰੋਂ। ਕਹਿੰਦੇ ਨਾ ਨਾ ਭਾਈ, ਪਹਿਲਾਂ ਬਰਾਤ ਨੂੰ ਛਕਾਉਣੇ ਆ, ਝੂਠੇ ਹੋ ਜਾਣਗੇ। ਕਹੋ ਸਤਿਨਾਮ।
ਤਾਂ ਉਸ ਵੇਲੇ ਗੁਰੂ ਪਿਆਰਿਓ ਸਿੱਖ ਸੱਤ ਵਚਨ ਕਹਿ ਕੇ ਵਾਪਸ ਮੁੜ ਆਏ ਤੇ ਪਾਤਸ਼ਾਹ ਕਹਿੰਦੇ ਲਿਆਂਦੇ ਨਹੀਂ। ਕਹਿੰਦੇ ਮਹਾਰਾਜ ਮਾਤਾ ਜੀ ਕਹਿੰਦੇ ਪਹਿਲਾਂ ਬਰਾਤ ਨੂੰ ਛਕਾਉਣੇ ਆ, ਭਾਈ ਝੂਠੇ ਹੋ ਜਾਣਗੇ, ਹਜੇ ਨਹੀਂ ਵਰਤਣੇ। ਲੋਕ ਲਾਤਾ ਬਣਾ ਕੇ ਲੱਡੂ ਰੱਖਤੇ, ਗੇਟ ਬੰਦ ਕਰਤਾ। ਪਾਤਸ਼ਾਹ ਕਹਿੰਦੇ ਅੱਛਾ ਚੰਗਾ ਫਿਰ ਜਾਓ, ਜੇ ਸੰਗਤ ਨਹੀਂ ਲੱਡੂ ਉਹ ਖਾ ਸਕਦੀ, ਬਰਾਤ ਵੀ ਨਹੀਂ ਖਾ ਸਕਦੀ। ਕਹੋ ਸਤਨਾਮ, ਘਰ ਤਾਂ ਆਪਣਾ ਹੀ ਹੈ ਨਾ। ਇਹ ਸਾਧ ਸਹਿਜ ਸੁਭਾਅ ਬੋਲਦੀ ਹੈ, ਇਹ ਨਹੀਂ ਵੇਖਦੇ ਕਿਹਨੂੰ ਕਹਿ ਰਹੇ ਆ, ਇਹ ਤਾਂ ਸੱਚ ਕਹਿੰਦੇ ਆ ਜੋ ਵੀ ਕਹਿੰਦੇ ਆ। ਕਹੋ ਸਤਨਾਮ। ਸਾਧ ਜੇ ਬੋਲੇ ਸਹਿਜ ਸੁਭਾਅ, ਸਾਧ ਕਾ ਬੋਲਿਆ ਬੈਠਾ ਨਾ ਜਾਏ। ਫਿਰ ਪਹਿਲੀ ਜੰਗ ਉਸ ਬਾਜ ਪਿੱਛੇ ਅੰਮ੍ਰਿਤਸਰ 'ਚ ਹੋਈ। ਤੜਕੇ ਆ ਕੇ ਦਿਨ ਚੜ੍ਹਨ ਤੋਂ ਪਹਿਲਾਂ ਸੂਈਏ ਨੇ ਦੱਸਤਾ ਮਹਾਰਾਜ ਆ ਲੋਹ ਵਾਲੇ ਕਿਲੇ ਪਾਸਿਓਂ ਗੁਰਦੁਆਰਾ ਲੋਹਗੜ੍ਹ ਹੈ ਨਾ, ਬਾਹਰ ਅੰਮ੍ਰਿਤਸਰ ਦੇ ਪਰਲੀ ਸਾਈਡ, ਕਹਿੰਦੀ ਉਧਰੋਂ ਆਵਾਜ਼ਾਂ ਆ ਰਹੀਆਂ, ਕਹਿੰਦੇ ਫੌਜ ਚੜ੍ਹ ਕੇ ਆ ਰਹੀ ਹੈ ਆਪਣੇ ਤੇ, ਸ਼ਾਇਦ ਉਹ ਆਪਣਾ ਬਾਜ ਫੜ ਕੇ ਆਣਾ ਉਹਦੇ ਪਿੱਛੇ। ਅੱਛਾ ਜਾਓ ਫਿਰ ਰੋਕੋ ਉਹਨਾਂ ਨੂੰ। ਤੇ ਉਧਰ ਫੌਜ ਭੇਜਤੀ ਲੋਹਗੜ੍ਹ ਦੇ ਕਿਲੇ ਕੋਲੇ। ਇੱਕ ਵਿੱਚੋਂ ਕਹਿੰਦਾ ਜੀ ਉਹਨਾਂ ਕੋਲੇ ਤੋਪਾਂ ਹੈ, ਬੜੀਆਂ ਆਵਾਜ਼ਾਂ ਆ ਰਹੀਆਂ ਗੋਲਿਆਂ ਦੀਆਂ। ਕਹਿੰਦੇ ਫਿਰ ਕੀ ਆਪਣੀ ਤੋਪ ਪਈ ਆ ਉੱਥੇ, ਇੱਕ ਆਪਣੀ ਖੜੀ ਤੋਪ ਹੈ ਜੀ। ਕਹਿੰਦੇ ਉਹ ਤੂੜ ਦਾ ਮੋਸ਼ਾ ਨਹੀਂ ਪਿਆ ਵਿੱਚੋਂ ਦੇ ਮੋਰਾ ਜਾ। ਕਹਿੰਦੇ ਹਾਂ ਜੀ। ਕਹਿੰਦੇ ਕੰਧ ਤੇ ਰੱਖ ਕੇ ਵਿੱਚ ਡਲੇ ਤੇ ਰੇਤਾ ਪਾ ਕੇ ਪਿੱਛੋਂ ਅੱਗ ਲਾ ਦਿਓ, ਤੋਪ ਹੀ ਬਣ ਜਾਊਗੀ। ਕਹੋ ਸਤਨਾਮ। ਉਹ ਹਜੇ ਵੀ ਉੱਥੇ ਪਿਆ ਪੀਸ, ਉਹ ਲੱਕੜ ਦਾ ਤੂੜ ਦਾ ਮੋਸ਼ਾ ਸੀ, ਵਿੱਚੋਂ ਉਹ ਥੋਥਾ ਹੋ ਜਾਂਦਾ ਹੈਗਾ। ਤੇ ਸਿੰਘਾਂ ਨੇ ਜਾ ਕੇ ਕਿਤੇ ਉਹ ਮੁਗਲਾਂ ਨੂੰ ਸੂਹ ਦਿੱਤੀ ਸੀ ਸੂਈਏ ਨੇ ਵੀ ਮੁੱਠੀ ਭਰ ਸਿੱਖ ਹੁੰਦੀ ਆ, ਉਹਨਾਂ ਕੋਲੇ ਕੋਈ ਨਵੇਂ ਜ਼ਮਾਨੇ ਦੇ ਸ਼ਾਸਤਰ ਹੈ ਨਹੀਂ ਗੇ, ਆਪਾਂ ਮਿੰਟੋ ਮਿੰਟੀ ਜਾ ਕੇ ਨੱਪ ਲਾਂਗੇ। ਜਦੋਂ ਇੱਧਰੋਂ ਤੋਪ ਦੇ ਗੋਲਿਆਂ ਵਾਂਗੂ ਗੋਲੇ ਗਏ, ਡਲੇ ਬਰੂਦ ਬਣ ਗਿਆ। ਕਹਿੰਦੇ ਓਏ ਤੂੰ ਤਾਂ ਕਹਿੰਦਾ ਸੀ ਉਹਨਾਂ ਕੋਲ ਤੋਪਾਂ ਹੈ ਨਹੀਂ, ਤਾਂ ਤੋਪਾਂ ਕਿੱਥੋਂ ਚੱਲੀ ਜਾਂਦੀਆਂ। ਕੋ ਸਤਨਾਮ। ਕਹਿੰਦੇ ਪਤਾ ਨਹੀਂ ਰਾਤੇ ਰਾਤ ਕਿੱਥੋਂ ਲਿਆਏ, ਪਹਿਲਾਂ ਤਾਂ ਹੈ ਨਹੀਂ ਸੀ ਇਹਨਾਂ ਕੋਲ ਤੋਪਾਂ ਤਾਪਾਂ ਕੋਈ। ਤਾਂ ਉੱਥੇ ਜੰਗ ਹੋਇਆ। ਇੱਥੇ ਹਰਗੋਬਿੰਦ ਸਾਹਿਬ ਜੀ ਨੇ ਸਾਰੇ ਪਰਿਵਾਰ ਨੂੰ ਕਿਹਾ ਵੀ ਨਿਕਲ ਜਾਓ ਇੱਥੋਂ ਫਟਾਫਟ, ਵੀਰੋਂ ਨੂੰ ਵੀ ਲੈ ਜਾਓ, ਸਾਰਾ ਪਰਿਵਾਰ ਨਿਕਲ ਜਾਓ, ਬੱਚਿਆਂ ਨੂੰ ਵੀ ਲੈ ਜਾਓ, ਔਰ ਤੁਸੀਂ ਜਾਓ ਵਡਾਲੀ ਸਾਹਿਬ, ਗੁਰੂ ਕੀ ਵਡਾਲੀ, ਉੱਥੇ ਜਾਓ, ਵਿਆਹ ਉੱਥੇ ਹੋਵੇਗਾ। 2-3 ਸਿੱਖ ਘੋੜਸਵਾਰ ਭੇਜੇ ਬਰਾਤ ਵਾਲੇ ਪਾਸੇ, ਉੱਧਰੋਂ ਬਰਾਤ ਵੀ ਆ ਰਹੀ ਅੱਜ ਹੀ ਵਿਆਹ ਸੀਗਾ। ਜਾਓ ਬਰਾਤ ਨੂੰ ਕਹੋ ਉੱਧਰ ਚਲੇ ਜਾਣ ਵਡਾਲੀ, ਕਹਿੰਦੀ ਹੁਣ ਇੱਥੇ ਵਿਆਹ ਨਹੀਂ ਹੋਣਾ। ਤਾਂ ਮਿੰਟੋ ਮਿੰਟੀ ਸਾਰੇ ਪਰਿਵਾਰ ਨੂੰ ਇੱਥੋਂ ਕੱਢ ਦਿੱਤਾ। ਤੇ ਮੁਗਲਾਂ ਨੇ ਫਿਰ ਜਦੋਂ 2-4 ਸਿੰਘ ਹੌਲੀ ਹੌਲੀ ਸਿੰਘ ਵੀ ਖਿਸਕਣੇ ਸ਼ੁਰੂ ਹੋ ਗਏ ਉੱਥੋਂ, ਗੁਰੂ ਕੇ ਸਿੱਖ ਵੀ, ਤੇ ਅਖੀਰ ਮੁਗਲ ਅੰਦਰ ਵੜ ਗਏ। ਤੇ ਗੁਰਦੁਆਰਾ ਸਾਹਿਬ ਗੁਰੂ ਕੇ ਮਹਿਲ ਜਿਹੜਾ ਘਰ ਹੈ ਸਤਿਗੁਰਾਂ ਦਾ, ਉੱਥੇ ਚੌਥੇ ਪਾਤਸ਼ਾਹ ਤੋਂ ਲੈ ਕੇ 6ਵੇਂ ਪਾਤਸ਼ਾਹ ਤੱਕ ਰਿਹਾਇਸ਼ ਰਹੀ ਹੈ। 7ਵਾਂ ਕੀਰਤਪੁਰ ਸਾਹਿਬ ਜਾ ਕੇ ਰਹੇ ਆ। ਕੋਈ ਸਤਨਾਮ। ਤੇ ਜਿਸ ਵੇਲੇ ਗੁਰੂ ਪਿਆਰਿਓ ਮੁਗਲ ਅੰਦਰ ਬੜੇ, ਘਰੇ ਆਏ ਤੇ ਘਰੇ ਕੋਈ ਨਹੀਂ ਹੈਗਾ, ਮੰਜੇ ਪਏ ਆ ਤੇ ਕਮਰਾ ਖੋਲਿਆ, ਵਿੱਚ ਲੱਡੂ ਪਏ ਆ। ਕਹਿੰਦੇ ਚੱਲ ਯਾਰ ਥੱਕੇ ਹੋਏ ਆ, ਲੱਡੂ ਤਾਂ ਖਾਓ ਪਹਿਲਾਂ। ਕਹੋ ਸਤਨਾਮ। ਕੁਝ ਖਾ ਗਏ ਤੇ ਕੁਝ ਪੈਰਾਂ ਥੱਲੇ ਲੱਤੜ ਗਏ। ਜਿਹੜਾ 6ਵੇਂ ਪਾਤਸ਼ਾਹ ਨੇ ਬਚਨ ਕੀਤਾ ਸੀਗਾ, ਜੇ ਮੇਰੀ ਸੰਗਤ ਨਹੀਂ ਖਾ ਸਕਦੀ ਤਾਂ ਫਿਰ ਬਰਾਤੀ ਵੀ ਨਹੀਂ ਖਾ ਸਕਦੇ, ਹੁਣ ਇਹ ਘੋੜਿਆਂ ਦੇ ਪੈਰਾਂ ਥੱਲੇ ਆਉਣਗੇ, ਮੁਗਲ ਹੀ ਲੱਤੜ ਜਾਣਗੇ। ਉਹੀ ਗੱਲ ਹੋ ਗਈ। ਇਹ ਸਾਧ ਐਸੇ ਹੁੰਦੇ ਆ, ਉਹ ਰੱਬ ਨਾਲ ਇੱਕਮਿਕ ਹੁੰਦੇ ਆ, ਉਹਨਾਂ ਦਾ ਨਾ ਕੋਈ ਵੈਰੀ ਨਹੀਂ ਬਗਾਨਾ, ਸਗਲ ਸੰਗ ਹਮਕੋ ਬਣੇ ਆਈ। ਇਸ ਕਰਕੇ ਇੱਥੇ ਪਾਤਸ਼ਾਹ ਜੀ ਕੀ ਕਹਿ ਰਹੇ ਹਨ ਕਿ ਜੇ ਤੂੰ ਦਾਨੀ ਵਾਲੇ ਪਾਸੋਂ ਗਿਣਾ ਤਾਂ ਦੁਨੀਆ ਵਿੱਚ ਹਰੀ ਚੰਦ ਵੱਡਾ ਦਾਨੀ ਮੰਨਿਆ ਗਿਆ ਹੈ, ਪਰ ਤੇਰੇ ਤੋਂ ਵੱਡਾ ਨਹੀਂ ਹੈ। ਬਿਦਤ ਬਿਨਾ ਵੱਡੇ ਬੰਸ ਚਲੇ ਆਏ ਹੋ, ਇਸ ਕਰਕੇ ਦੁਨੀਆ ਦੇ ਵਿੱਚ ਪ੍ਰਗਟ ਹੋ ਤੁਸੀਂ। ਹਰੀ ਚੰਦ ਤੋਂ ਵੀ ਵੱਡੇ ਹੋ। ਤੀਰ ਚਲਾਉਣ ਦੇ ਵਿੱਚ ਮੈਂ ਸੁਣੇ ਸੀ ਰਾਮ ਨੇ ਤੀਰ ਚਲਾਏ ਆ, ਅਰਜਨ ਨੇ ਚਲਾਏ ਆ, ਪਰ ਤੇਰੇ ਤੀਰਾਂ ਦਾ ਵੀ ਕੋਈ ਅੰਤ ਨਹੀਂ। ਜੇ ਤਲਵਾਰ ਦੀ ਗੱਲ ਕਰੀਏ ਤੇ ਪਰਸ਼ੁਰਾਮ ਕੁਹਾੜੇ ਵਾਲਾ, ਜਿਹਨੇ ਕੋਈ 21 ਵਾਰੀ ਛਤਰੀਆਂ ਦੀਆਂ ਕੁੱਲਾਂ ਖਤਮ ਕੀਤੀਆਂ ਸੀਗੀਆਂ, ਹਜੀ ਉਹਦਾ ਕੁਹਾੜਾ ਨਹੀਂ ਉਹਨਾਂ ਕੰਮ ਕਰਦਾ ਜਿੰਨਾ ਤੇਰੀ तलवार कम कर दी है। तेज को तरन तलवार को परशुराम गुरन में ऐसे गुरु गोबिंद कहाए हो। एवें थोड़े तेनू गुरु गोबिंद सिंह कहंदे है ओ तेज प्रताप वालिया तेरी तलवार परशुराम दे कुहाड़े तो तेज है, ताइयों तां तैनू गुरु गोबिंद सिंह कहंदे आ वाहो वाहो गोबिंद सिंह आपे गुरचेला। मैं प्रगटियो मर्द अगंबड़ा वरियाम ते कहा अकेला तेरे वर्गा ना होया ते ना शायद होना है। को सतनाम होना भी नहीं गा।
इस करके धन गुरु गोबिंद सिंह। सुंदर अनंग की दो चपल को रंग सामा, गुरर के संग चल आगे ही को जीत है। सुंदर अनंग काम देव एक देवता है, कामदेव, वो बड़ा सुंदर है, तुसी उस तो भी सुंदर हो। अनंग का मतलब है जिहदा कोई अंग नहीं है, ਉਹਦੀ सुंदरता बहुत ज़्यादा है, तुसी उस तो भी सुंदर हो। हिरन वर्गे चंचल आप जी दे घोड़े हैं, जे तुहाडे घोड़ियां दी गल करिए ते हज़ारां हिरनां दी जी असी तेज चाल मिलाइए उदों भी तेरे घोड़े तेज हैं। और गुरुर के संग चले आए, गढ़ ते जो आप जी घोड़ियां दे नाल चले, वो विष्णु गरुड़ पंछी ते चढ़ के आउंदा ना, तेरा घोड़ा कहने गरुड़ ही बन जाता है। आ नीला नाल ही लै गए, छड्ड के नहीं गए, हजूर साहब गायब होए, गुरु साहब स्टेखा च नहीं बनेंगे। उन्हां दे बचन पढ़ो, जे तीजे जामे च कहंदे न सतियां ਇਹ ना आखियां जे मड़ियां लग जलन। तीजे जामे च कहंदे है कि मैं उन्हां नूं सती नहीं मनदा ਜਿਹੜੀਆਂ अपने मुर्दा पति नाल जिउंदियां बीबियां शमशान घाट में जाके चिखा च वड़ के मच जांदियां, वो सतियां नहीं है, ये गलत है। अकबर नूं कह के कानून बना के सतियां दी जिहड़ी प्रथा सी बंद कराई, जिहड़ी बामणां ने चलाई सी। को सतनाम। भगतां ने भी बहुत जोर लाया, नामदेव वर्गे भगतां ने भी, पर तीजे पातशाह ने कानून बनाया। हुण तीजे जामे च कहंदे भी सती नहीं है जिहड़ी अग च आपे मचदी है, फिर गुरु गोबिंद सिंह जिउंदे किवें चिखा च वड़ जाणगे। को सतनाम। नहीं बड़े, सारी तैयारी की। जिस वेले द्वारे पातशाह का इत्थों फट खुल गया, कमान चला के विखाउंदे सीगे, 2 कमान 9 ठंकदे 18 टंक दे कमान इकट्ठे खिंच ले, ते वखी वाला जिहड़ा जख्म सी वो दोबारा टोपे टुट गए, कमर कसा मल लिया। मौके का राजा बहादुर शाह भी पहुँच गया, वो कहना महाराज दोबारे जराह नूं सद के टोपे लवा देने हैं। कहते नहीं, हुण साडा जान का समा आ गया। को सतनाम। किले रिजक बहाने मौत, दुनिया नूं बहाना तो विखाउणा सी ना कोई। पातशाह ने कमर कसा कस लिया, कमर कसा कस के कहने सिखो इत्थे विचाले चंदन की चिखा बना, चिखा बना दी। सिखा नूं इदां हो गया भी गुरु साहब चिखा दे विच जाके हुण सरीर छड्ड देणगे। चिखा दे दुआरे कनात ला दी, कोई 10 फुट का एरिया छड्ड के, उदों का एक कनात होर लवा दी। कहते किसी ने भी इन्हां कनातां तो अंदर नहीं जाना देखने वास्ते भी की हो रहा है। को सतनाम। और फिर सारे सिखां नूं समझा के कहते मैं 2 देशों का वासी हाँ, भाव परमेश्वर है, खुद गुरु गोबिंद सिंह रब है। जे पहले जामे च पुत्र श्री चंद नूं बाबा नानक कहंदा पुत्रा तू मेरे नाल 4 घड़ियां गल करन दी गल कीती है, कर ला। जे तू मैनू कहना मैं 4 युग बापू गल कर ला, मैं 4 युग भी रह जाता तो 4 युग कित्थे जाके बनते हैं। फिर ये झूठ थोड़ा बोलता है गुरु साहब। तू 4 घड़ियां की गल की है, जाते जाते नाल बापू मेरे नाल 4 घड़ी गल तो कर लेंदा। आ जा उठ खड़े दोबारा श्री छड्डण तो बाद कहने खड़ा हो गल कर हुण जिहड़ी करनी है। जे तू अज मैथों 4 युग मंग लैंदा मैं 4 युग भी रह जाता। को सतनाम। वो खुद मुख्तियार है। तो मेरे प्रीतम जी ने सारा कुछ समझाने तो बाद उस कनार के अंदर गए, फिर अगली कनार के अंदर गए, चिखा के कोल गए, चिखा के विचों लाट निकली, पातशाह लोप हो गए। हुण आम सिखां नूं इह भी कहा सी जिहड़े उत्थे कोले सन भी चिखा फरो लिओ ना, इहनूं ऐं ना पदिओ इत्थे ही, ਇਹ ਤੁਹਾਨੂੰ कुछ नहीं लभणागा। भावें मेरे शरीर से इन्ना लोहा टंगिया होया, ढाल भी है, तलवारां भी है, शस्त्र भी है, छोटे शस्त्र भी है, सीस में सजाए हुए, कमर कसे च भी शस्त्र है, कुछ नहीं मिलना। फरोलन ना बह जाओ, इनू इत्थे ही दब दिओ मिट्टी पा के। को सतनाम। पर कित्थे रहा गया। तो हुण की होया, सिख रोन लग पे बैठ के की कर सकते। गुरु साहब सानू इत्थे आके विछोड़ा दे गए। थोड़ी देर बाद एक साधु आउंदा, फकीर आउंदा, उहदे हत्थ विच एक बाटा है कड़ा प्रशाद दा। वो आके पुछदा तुसीं रोई क्यों जाने हो। उहनूं पातशाह ने नहीं दस्सिया सीगा भी मैनूं मर गया समझदे आ। वो कहंदे तुसीं रोई क्यों जाने हो, तुहानूं की हो गया। वो कहंदे जब तैनूं पता नहीं सानूं गुरु साहब विछोड़ा दे गए। किवें? कहंदे वो चिखा मची जाती है,
सानू छड्ड के चेखा च वड़ गए। कहते मूर्खो, वो तो मैनू नीले घोड़े ते चढ़े जाते मिले हैं। होर आ वाटा कड़ाह प्रशाद दा फड़ाया और मैनू भेजिया, कहते जाके समझाओ मैं दो देशों का बाली हाँ, मैं मरदा मुरदा नहीं हैगा। कहो सतनाम, मैनू मरदा ना समझो। ये तो तुहाडी शरधा की गल है, जिहो जी बना लोगे गुरु साहब उहो जे बन जाणगे। जिहा सतगुर कर जाने आ तिहो जिहा सुख होए, बाणी दा वचन है। आ फड़ो प्रसाद छको। पातशाह नीले घोड़े ते आ, पूरे शस्त्र वस सजे हुए आ। जा भज के देख के नीला घोड़ा हैगा तवेले च, जब तवेला वेख्या तो नीला घोड़ा भी उत्थे है नहीं। सच गई, कहते यार कमाल हो गई, नहीं रहा गया। ठंडी होने तो बाद चिखा भी फरोल ली, तो चिखा के विचों सिर्फ एडी क सरीसा मिली आ जिहड़ी उत्थे सरीए ते ला के रखी हुई आ, जिहदे नाल भोग लवाउंदे आ रोज़। हजूर साहब वेखे तो गुरु साहब कित्थे ने? थोड़े विचे घूमते फिरदे आ, किते नहीं गए हो। कुछ दोहां देशां दा वाली है। ये तो अपनी भावना बना लो, जिहो जी भावना बना लोगे उहो जी बन जूगी। उस तो बाद ही हैदराबाद की जेल चों राजे कढ़े आ दो। उस तो बाद ही बाबा निधान सिंह नूं दर्शन दिते है। बहुत कौतक होंदे है। तो साडी भावना की गल है, खैर मनोवृत्तियां उत्थे रखीए। तो महाराज इस तरह विष्णुगढ़ ते चढ़ के आउंदा है, तुसी तुहाडा घोड़ा ही जिहड़ा गरुड़ पंछी वांगू उड़िया जांदा है, घोड़ियां नूं अगे जांदा ही वेखेगा। पवन को पाछे कर मन को गगन हर, दौर में पलक माहे फांद जाए सीत है। तुहाडा घोड़ा क्या विष्णु दा गरुड़ पंछी, तुहाडा घोड़ा तां हवा नूं कंढा दिंदा जांदा है। हवा नहीं उन्ना भज सकती जिन्ना तेरा घोड़ा भजदा है। ये तो मन तो भी तेज भजदा है। को सतनाम, मन दे फुरने नाल भजदा है। गुरु साहब घोड़े नूं अड्डी ला के नहीं भजाउंदे, घोड़े दे छंटा नहीं मारदे, अंदरों फुरना दिंदे आ किधर जाना है, ते घोड़ा उस फुरने दे नाल ही जुड़िया होया है। कहने महाराज तुहाडे मन दे फुरने दे नाल घोड़ा जांदा है। दौर में पलक माहे भजदा होया, पलक आ पलक थले गई ते ताहां आई, इन्ने समय च समुंदरां नूं टप जांदा है। रवरत चढ़ उतर जात याही लिए मेरे, एक अनेक साजन समेत है। ओ सूरज दे कोले तां एक रथ है 10 घोड़ियां वाला, ते मेरे प्रीतम दे कोले तां ओहो जे बेअंत ही घोड़े है ਜਿਹੜੇ ਸਿੱਖਾਂ ਨੂੰ ਵੀ ਵੰਡ ਦਿੰਦੇ ਆ। ਖੁਦ ਕੋਲੇ ਤਾਂ ਹੈ ਹੀ ਹੈ, ਆਪਣੇ ਕਵੀਆਂ ਨੂੰ ਵੰਡੀ ਜਾਂਦੇ ਹੈ। ਇਹੋ ਜਿਹੇ ਘੋੜੇ ਮੇਰੇ ਪ੍ਰੀਤਮ ਕੋਲੇ ਹਜ਼ਾਰਾਂ ਹੀ ਨਾ। ऐसे बाजी देखिए ना कहूँ दीन भवन में, कवन को जैसे गुरु गोबिंद जी को दीता है। ਇਹੋ ਜਿਹੇ ਘੋੜੇ ਨਾ ਤਾਂ ਸੂਰਜ ਦੇ ਰੱਥ ਨੂੰ ਲੱਗੇ ਆ, ਕੋਈ ਗੱਲਾਂ ਬਣੀਆਂ ਹੋਈਆਂ ਨਾ ਵੀ ਸੂਰਜ ਦਾ ਰੱਥ ਆ, ਉਹਨੂੰ 10 ਘੋੜੇ ਲੱਗੇ ਆ, ਉਹ ਚੱਕਰ ਲਾਉਂਦਾ ਸਾਰਾ ਦਿਨ। चलो खैर कवियां ने उस तरह कवितावां बना लिया ना। तेरे घोड़ियां वर्गे तिन्ना लोकां विच इंद्र कोले घोड़ा चिट्टे रंग दा ना, कदे ओहो जिहा घोड़ा इंद्र कोले है जिहो जिहे घोड़े तेरे कोले है। कहने इस तरह महाराज तिन्ना लोकां विच तेरे घोड़ियां वर्गे घोड़े भी किते सानू दिखाई नहीं दिंदे, जैसे घोड़े गुरु जी कवियां नूं वंड दिंदे आ, देवतियां कोले भी नहीं। जिहड़े घोड़े सतगुरु सिखां नूं खुशी चा के वंडी जांदे आ, इहो ਜਿਹੇ घोड़े तां इन्हां देवतियां कोल भी नहीं हैगे। सवैया पूरण को नर सूर मिले बर, 64 जोगन सैन अगाई। और महाराज आ ਜਿਹੜੇ तेरे सिंह सूरमे जंग दे मैदान ਵਿੱਚ शहीद ਹੁੰਦੇ ਆ, ਪੂਰਾ ਉਹਨਾਂ ਦੇ ਵਾਸਤੇ ਹਾਰ ਲੈ ਕੇ ਖੜੀਆਂ ਕਿ ਤੁਸੀਂ ਸਾਡੇ ਮਾਲਕ ਬਣ ਜਾਓ। ਕੋ ਸਤਨਾਮ। भाव स्वर्ग दो लोक दे विच वैसे गुरु के शहीद होए सिंह वो सचखंड विच परमेश्वर विच मिलते हैं। को सतनाम। उन्हां रूहां दीयां फिर ड्यूटियां लगदियां दोबारा थले, फिर योधे बन के आउंदे है। समय समय ते परमेश्वर उन्हां रूहां नूं अवतार दिंदे रहंदे है। अवतार का मतलब है जन्म देना। अवतार केवल अवतार नहीं हुंदे। कबीर साहब जी का वचन पढ़िए तो वो सानू कहंदे अवतर आए कहाँ तुम कीना। तू जन्म लैके दुनिया में की कीता बई, राम को नाम न कबहू लीना। तो अवतार का मतलब है आना।
समय समय ਤੇ ਜਿਹੋ ਜਿਹਾ ਸਮਾਂ ਵੇਖਦੇ ਆ ਪਰਮੇਸ਼ਰ ਉਹੋ ਜਿਹੀਆਂ ਰੂਹਾਂ ਭੇਜ ਦਿੰਦੇ ਆ। ਉਹ ਰੰਗਜੀਤ ਵਾਲੇ ਬਾਹਲਾ ਤਕੜਾ ਸਮਾਂ ਸੀਗਾ ਤੇ ਪਾਤਸ਼ਾਹ ਨੇ ਸਭ ਤੋਂ ਤਕੜਾ ਸੂਰਮਾ ਦੁਸ਼ਟ ਦਮਨ ਭੇਜਿਆ, ਭਾਵ ਗੁਰੂ ਗੋਬਿੰਦ ਸਿੰਘ ਜੀ ਨੂੰ ਭੇਜਿਆ, ਜਿਹੜਾ ਔਰੰਗਜ਼ੇਬ ਦੀ ਬਰਾਬਰੀ ਕਰ ਸਕਦਾ ਸੀ। ਕੋ ਸਤਨਾਮ। ਭਾਵੇਂ ਕਿ ਉਹਨਾਂ ਦੇ ਦਰ ਦੇ ਉੱਤੇ ਕਰੋੜਾਂ ਹੀ ਯੋਧੇ ਸੂਰਮੇ ਪੀਰ ਫਕੀਰ ਰਿਸ਼ੀ ਮੁਨੀ ਹੱਥ ਬੰਨੀ ਖੜੇ ਹੈ ਕਿ ਸਾਨੂੰ ਮਾਰਾ ਮਾਤਲੋਕ ਵਿੱਚ ਜਾ ਕੇ ਕੋਈ ਸੇਵਾ ਬਖਸ਼ੋ, ਸਮਾਂ ਬਖਸ਼ੋ, ਅਸੀਂ ਮਾਤਲੋਕ ਦੇਖ ਆਈਏ। ਪਰ ਸਿਆਣੇ ਬੰਦੇ ਸੰਤ ਮਸਕੀਨ ਜੀ ਵਰਗੇ ਕਹਿੰਦੇ ਅੱਜ ਕਿਉਂ ਨਹੀਂ ਇਹੋ ਜਿਹੇ ਮਹਾਨ ਬੱਚੇ ਪੈਦਾ ਹੋ ਰਹੇ ਕਿਤੇ ਕਿਤੇ, ਕਿਉਂਕਿ ਉਹੋ ਜਿਹੀਆਂ ਮਹਾਨ ਮਾਵਾਂ ਵੀ ਚਾਹੀਦੀਆਂ, ਮਹਾਨ ਪਿਓ ਵੀ ਚਾਹੀਦੇ ਆ। ਕੋ ਸਿਮਰਨ ਭਜਨ ਬੰਦਗੀ ਵਾਲੇ ਸਾਡੇ ਵਿੱਚ ਹੋਣਗੇ ਤਾਂ ਬੱਚੇ ਸਾਡੇ ਅੰਦਰੋਂ ਪੈਦਾ ਹੋਣੇ ਆ ਨਾ। ਜੇ ਸਾਡੇ ਖੂਨ ਵਿੱਚ ਸਿਮਰਨ ਭਜਨ ਬੰਦਗੀ ਹੋਊਗੀ ਫਿਰ ਉਹਨਾਂ ਰੂਹਾਂ ਨੂੰ ਜਨਮ ਮਿਲੂਗਾ ਮਾਤਲੋਕ ਦੇ ਵਿੱਚ। ਨਹੀਂ ਤਾਂ ਫਿਰ ਜਿਹੋ ਜਿਹੇ ਇੱਥੇ ਮਾਂ ਪਿਓ ਹੈ ਉਹੋ ਜਿਹੇ ਜਿਹੜੇ ਬੱਚੇ ਹਨ ਉਹ ਜਨਮ ਲਈ ਜਾਂਦੇ ਆ। ਕੋ ਸਤਨਾਮ। ਪਰ ਨਾਮ ਜਪਣ ਵਾਲੀਆਂ ਰੂਹਾਂ ਉਦੋਂ ਆਉਂਦੀਆਂ ਜਦੋਂ ਥੱਲੇ ਉਹਨਾਂ ਦੀ ਮੁਤਾਬਕ ਮਾਂ ਪਿਓ ਮਿਲਦੇ, ਤਾਂ ਉਹਨਾਂ ਰੂਹਾਂ ਦੀ ਸੁਰਤੀ ਮਾਂ ਪਿਓ ਨਾਲ ਰਲਦੀ ਹੈ, ਤਾਂ ਉਸ ਸਰੀਰਾਂ ਦੇ ਵਿੱਚ ਉਹ ਮਾਂ ਪਿਓ ਦੇ ਰਾਹੀਂ ਜਨਮ ਲੈਂਦੇ ਆ। ਇਸ ਕਰਕੇ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਪਿਤਾ ਜੀ ਦੀ ਕਿੰਨੀ ਤਪੱਸਿਆ, ਤੇ ਫਿਰ ਜਦ ਉਹਨਾਂ ਨੂੰ ਮਾਤਾ ਪਿਤਾ ਗੁਰੂ ਤੇਗ ਬਹਾਦਰ ਮਾਤਾ ਗੁਜਰੀ ਜੀ ਮਿਲੇ, ਔਰ ਤੇਗ ਬਹਾਦਰ ਜੀ ਦੀ ਕਿੰਨੀ ਤਪੱਸਿਆ ਹੈ। ਪਿਛਲੇ 3 ਯੁੱਗਾਂ ਤੋਂ ਗੁਰੂ ਤੇਗ ਬਹਾਦਰ ਤੇ ਦੁਸ਼ਟ ਦਮਨ ਗੁਰੂ ਗੋਬਿੰਦ ਸਿੰਘ ਜੀ ਪਿਓ ਪੁੱਤਰ ਬਣਦੇ ਆ ਰਹੇ ਆ। ਸਾਡੇ 3 ਯੁੱਗ ਤਪੱਸਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਵੀ। ਜਿਸ ਵੇਲੇ ਹਜੂਰ ਸਾਹਿਬ ਨੰਦੇੜ ਦੇ ਇਲਾਕੇ 'ਚ ਪਹੁੰਚੇ, ਸਿੰਘਾਂ ਨੇ ਤੰਬੂ ਲਾ ਲਏ। ਉੱਥੋਂ ਦੇ ਵਾਸੀ ਕਹਿੰਦੇ ਵੀ ਤੁਸੀਂ ਕੌਣ ਹੋ? ਕਹਿੰਦੇ ਕਿਉਂ, ਕੀ ਗੱਲ ਹੋ ਗਈ? ਇਹ ਸਾਡਾ ਇਲਾਕਾ, ਸਾਡੀ ਧਰਤੀ ਆ, ਤੁਸੀਂ ਜਾਓ ਕਿਤੇ ਹੋਰ ਤੰਬੂ ਲਾਓ। ਪਾਸ਼ਾ ਗੋਦਾਵਰੀ ਤੇ ਬੈਠੇ ਆ। ਕਹਿੰਦੇ ਵੀ ਸੋਨੂੰ ਕੀ ਦਿੱਕਤ ਆ? ਕਹਿੰਦੇ ਸਾਡੀ ਧਰਤੀ ਆ। ਬਾਬਾ ਕਹਿੰਦੇ ਸਾਡੀ ਧਰਤੀ ਹੈ, ਇਹ ਸੋਡੀ ਕਿਵੇਂ? ਕਦੋਂ ਕਦੀ ਆ? ਪਟਵਾਰੀ ਤੋਂ ਪੁੱਛ ਲਓ। ਸਾਡੇ ਨੌ ਇਹਨਾਂ ਦੀਆਂ ਬੈਨਾਮੇ ਹੋਏ ਵੀ ਆ, ਗਦੌਰੀਆਂ ਹੋਈਆਂ ਵੀ ਆ। ਉਹ ਕਿਹੜੇ ਪਟਵਾਰੀਆਂ ਪੁੱਛਣਾ? ਸਾਡੀ ਤਾਂ ਉਦੋਂ ਵੀ ਪਹਿਲਾਂ ਦੀ ਧਰਤੀ ਆ ਇਹ, ਸਗਲੀ ਧਰਤੀ ਸਾਧ ਕੀ ਤਸਕਰ ਵੈਸੇ ਆ ਇਹ। ਇਹ ਕਿਵੇਂ ਹੋ ਸਕਦਾ ਮਹਾਰਾਜ? ਕਹਿੰਦੇ ਮੈਂ ਤੀਰ ਛੱਡਦਾ, ਤੁਹਾਨੂੰ ਦੱਸਦਾ ਮੇਰੀ ਕੀ ਨਿਸ਼ਾਨੀ ਹੈ ਇੱਥੇ। ਜਿੱਥੇ ਮੇਰਾ ਤੀਰ ਜਾ ਕੇ ਡਿੱਗੋ ਤੋਂ ਥਾਂ ਪੱਟਿਓ, ਉੱਥੇ ਮੇਰਾ ਪਿਛਲੇ ਜਨਮ ਦੀ ਤਪੱਸਿਆ ਦਾ ਸਮਾਨ ਪਿਆ। ਕੋਈ ਸਤਨਾਮ। ਜੇ ਨਿਕਲਿਆ ਤਾਂ ਮੇਰਾ, ਨਹੀਂ ਤਾਂ ਤੁਹਾਡਾ ਮੈਂ ਵਗ ਜੂੰਗਾ। ਕਹਿੰਦੇ ਠੀਕ ਆ। ਗੋਦਾਵਰੀ ਤੋਂ ਖੜ ਕੇ ਤੀਰ ਛੱਡਿਆ ਤੇ ਤੀਰ ਆ ਕੇ ਡਿੱਗਿਆ ਜਿੱਥੇ ਨੰਦੇੜ ਸਾਹਿਬ ਹਜ਼ੂਰ ਸਾਹਿਬ ਮੇਨ ਅਸਥਾਨ, ਜਿੱਥੇ ਅੰਦਰਲੇ ਪਾਸੇ ਸ਼ਸਤਰ ਪੈਣ, ਉੱਥੇ ਆ ਕੇ ਡਿੱਗਿਆ। ਕੋਈ ਸਤਨਾਮ। ਜਿੱਥੇ ਤੀਰ ਖੁੱਭਿਆ ਕਦੇ ਪੱਟੋ ਇੱਥੋਂ ਹੁਣ ਥਾਂ, ਇੱਥੇ ਸਾਡਾ ਧੂਣਾ, ਸਾਡੀਆਂ ਪੁਰਾਣੀਆਂ ਖੜਾਵਾਂ, ਸਾਡਾ ਗੜਬਾ, ਸਾਰਾ ਕੁਝ ਇੱਥੇ ਪਿਆ। ਕੋਈ ਸਤਨਾਮ। ਜਦ ਪੱਟਿਆ ਤੇ ਉੱਥੋਂ ਧੂਣਾ ਨਿਕਲਿਆ, ਸਾਰਾ ਕੁਝ ਨਿਕਲਿਆ। ਕਹਿੰਦੇ ਬਾਤ ਤਾਂ ਪੱਕੀ ਹੈ, ਫਿਰ ਕਿਹਦਾ ਥਾਂ ਹੋਇਆ? ਅਬ ਚਲ ਨਗਰ ਗੋਬਿੰਦ ਗੁਰੂ ਕਾ ਨਾਮ ਜਪ ਸੁਖ ਪਾਇਆ ਨਾ। ਪਿਛਲੇ ਜਨਮ ਦਾ ਵੀ ਤਪੱਸਿਆ ਦਾ ਸਥਾਨ ਹੈ ਮੇਰੇ ਪ੍ਰੀਤਮ ਜੀ ਦਾ। ਐਵੇਂ ਨਹੀਂ ਉੱਥੇ ਜਾ ਕੇ ਉਹਨਾਂ ਨੇ ਸਰੀਰ ਛੱਡਿਆ ਗਿਆ। ਮੇਰੇ ਪ੍ਰੀਤਮ ਜੀ ਗੱਲ ਬਖਸ਼ਿਸ਼ ਕਰਦੇ ਹਨ, ਇਸ ਕਰਕੇ ਉਹ ਜਗ੍ਹਾ ਉਹਨਾਂ ਤੋਂ ਲਈ। ਉੱਥੋਂ ਸਤਿਗੁਰੂ ਅਲੋਪ ਹੋਏ ਆ, ਸਰੀਰ ਤਾਂ ਤਿਆਗਿਆ ਹੀ ਨਹੀਂ ਇਹਨਾਂ ਨੇ। ਤੇ ਅਖੀਰ ਤੇ ਉਹਨਾਂ ਨੇ ਕਿਹਾ ਆਗਿਆ ਭਈ ਅਕਾਲ ਕੀ ਤਵੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਦੇਹ, ਜੋ ਪ੍ਰਭ ਕੋ ਮਿਲਵੋ ਚਾਹੇ ਖੋਜ ਸ਼ਬਦ ਮੈਂ ਲੇਹ। ਆਤਮਾ ਗ੍ਰੰਥ ਤੇ ਸਰੀਰ ਮੇਰਾ ਪੰਥ ਜਾਣੋ। ਹੁਣ ਕਲਗੀ ਲਾ ਕੇ ਤਾਂ ਰਹਿ ਨਹੀਂ ਸਕਦਾ, ਕਿਉਂਕਿ ਕਲਗੀ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਦੇ ਗਿਆ। ਕੋਈ ਸਤਨਾਮ। ਗੁਰਤਾ ਗ੍ਰੰਥ ਗ੍ਰੰਥ ਸਾਹਿਬ ਨੂੰ ਦੇ ਗਿਆ। ਇਸ ਕਰਕੇ ਤੁਹਾਡੇ ਵਿੱਚ ਇਹ ਘੁੰਮਦਾ ਫਿਰਦਾ ਤੁਹਾਡਾ ਰੂਪ ਧਾਰ ਕੇ। ਕਿਸੇ ਨੂੰ ਪਛਾਣ ਆ ਜਾਂਦੀ ਹੈ, ਕਈ ਵਾਰੀ ਭੁਲੇਖਾ ਦੇ ਕੇ ਲੰਘ ਜਾਂਦਾ। ਕੋ ਸਤਨਾਮ। ਮਗਰੋਂ ਫਿਰ ਬੰਦਾ ਕਹਿੰਦਾ ਓਏ ਇਹ ਤਾਂ ਉਹ ਸੀ। ਬਹੁਤ ਲੋਕਾਂ ਨੂੰ ਭੁਲੇਖੇ ਪੈ ਜਾਂਦੇ ਆ। ਸਿੰਘਾਂ ਦੇ ਵਿੱਚੋਂ ਐਸੇ ਵੀ ਯਾਰ ਹੈ, ਲੱਗਦਾ ਤਾਂ ਉਹਨਾਂ ਵਰਗਾ ਸੁਭਾਅ, ਵਾਤਾਵਰਨ, ਪਿਆਰ ਜਮਾ ਉਹਨਾਂ ਵਰਗਾ ਸੀ। ਮਿੱਠ ਬੋਲਣਾ ਜੀ, ਹਰ ਸੱਜਣ ਸੁਆਮੀ ਮੋਰਾ। ਇਹ ਵਿਚਾਰਾਂ ਬਹੁਤ ਡੂੰਘੀਆਂ ਇਤਿਹਾਸ ਵਿੱਚ ਵੀ ਲਿਖੀਆਂ ਪਈਆਂ, ਔਰ ਨਾਮ ਜਪਣ ਵਾਲੀਆਂ ਰੂਹਾਂ ਦੇ ਹਿਰਦੇ ਵਿੱਚੋਂ, ਹਿਰਦੇ ਤੋਂ ਹਿਰਦੇ ਤੱਕ ਵੀ ਇਹ ਗੱਲਾਂ ਜਾ ਰਹੀਆਂ। ਇਸ ਕਰਕੇ ਗੁਰੂ ਸਾਹਿਬ ਨੂੰ ਕਦੇ ਵੀ ਇਹ ਨਾ ਸਮਝੋ ਕਿ ਉੱਚੇ ਖਾਦੇ ਵਿੱਚ ਚਲੇ ਗਏ। ਉਹ ਅਲੋਪ ਹੋਏ ਨਾ, ਸਮੇਤ ਸਰੀਰ ਹੀ ਅਲੋਪ ਹੋਏ ਹੈ। ਉਨੀ ਕੀ ਉਮਰ 'ਚ ਅਲੋਪ ਹੋਏ ਆ, 39-40 ਸਾਲ ਦੀ ਉਮਰ 'ਚ। ਉਸੇ ਤਰ੍ਹਾਂ ਚੜ੍ਹਦੀ ਕਲਾ ਦੇ ਵਿੱਚ ਹੀ ਵਿਚਰ ਰਹੇ ਆ, ਫੌਜਾਂ ਨੂੰ ਸੰਭਾਲਦੇ ਫਿਰਦੇ ਆ।
ਮਹਾਰਾਜ ਤੇਰੇ ਜਿਹੜੇ ਸੂਰਮੇ ਐ ਜਦੋਂ ਸਰੀਰ ਛੱਡ ਜਾਂਦੇ ਐ ਉਹਨਾਂ ਨੂੰ ਵਰਨ ਵਾਸਤੇ ਹੂਰਾਂ ਹਾਰ ਲਈ ਖੜੀਆਂ ਹੁੰਦੀਆਂ 64 ਜੋਗਣੀਆਂ ਸੈਨ ਅਗਾਈ ਜੰਗ ਦੇ ਮੈਦਾਨ ਵਿੱਚ ਜਦ ਤੂੰ ਜੰਗ ਕਰਦਾ ਹੈ ਮਾਸ ਖਾਣ ਵਾਲੀਆਂ 64 ਜੋਗਣੀਆਂ ਅਤੇ ਹੋਰ ਮਾਸ ਖਾਣ ਵਾਲੇ ਜਾਨਵਰ ਦੇਤ ਅਸੀਸ ਸਭੇ ਮਿਲ ਚਾਬਕਾ ਕੀਰਤਨ ਤੇਰਨ ਭੂਮ ਸੁਹਾਈ ਸੋਨੂੰ ਸੀਸਾਂ ਦਿੰਦੇ ਆ ਭੁੱਖਿਆਂ ਨੂੰ ਰੋਟੀ ਮਿਲ ਗਈ ਸੀਸਾਂ ਦੇਣਗੇ ਅਗਲੇ ਕੋ ਸਤਰ ਉਹਨਾਂ ਦਾ ਇਹੀ ਖਿਆਲ ਆ ਉਹਨਾਂ ਦੀ ਇਹੀ ਭੋਜਨ ਇਹੀ ਖੁਰਾਕ ਆ। ਆਪਾਂ ਗੱਲ ਕੀਤੀ ਸੀ ਕਲਹ ਦੀ ਕਲਹ ਬਾਬੇ ਨਾਨਕ ਨਹੀਂ ਆਈ ਮੂੰਹ ਟੱਡ ਕੇ ਬਾਬੇ ਨੇ ਮਾਰਿਆ ਡੰਡਾ ਮੂੰਹ 'ਚ ਫਸ ਗਿਆ ਮੂੰਹ ਏਦਾਂ ਹੀ ਖੜ ਗਿਆ ਉਹਦਾ। ਫਿਰ ਨਾਰਦ ਮੁਨੀ ਲਿਆਇਆ ਕੋਲੇ ਬਾਹੋਂ ਫੜ ਕੇ ਕਹਿੰਦੇ ਆ ਜਾ ਖੜਾ ਮੈਂ ਛਡਾਉਣਾ ਤੇਰਾ। ਬਾਬਾ ਜੀ ਕਹਿੰਦੇ ਕੌਣ ਆ ਇਹ? ਕਹਿੰਦੇ ਜੀ ਇਹ ਕਲਹਾ ਲੜਾਈ ਤੇ ਨਾਰਦ ਮੁਨੀ ਤੂੰ ਕਿਵੇਂ ਲੈ ਕੇ ਆਇਆ ਸਾਡੇ ਕੋਲੇ? ਕਹਿੰਦਾ ਜੀ ਭੁੱਖੀ ਆ ਕਈ ਜਨਮਾਂ ਦੀ ਐ ਕਿ ਮੂੰਹ ਟੱਡਿਆ ਕਹਿੰਦੇ ਜੀ ਭੁੱਖ ਲੱਗੀ ਆ ਫਿਰ ਸਾਨੂੰ ਖਾਣਾ ਡੰਡਾ ਕਾਢੇ ਤੇ ਮੂੰਹ ਚੋਂ। ਹਾਂ ਕੀ ਚਾਹੀਦਾ ਤੈਨੂੰ? ਕਹਿੰਦੀ ਜੀ ਮੈਨੂੰ ਕਈ ਜਨਮਾਂ ਤੋਂ ਭੁੱਖੀ ਆ ਮੈਂ ਕਈ ਯੁੱਗਾਂ ਤੋਂ ਭੁੱਖੀ ਆ। ਉਹ ਕੁਰਸ਼ੇਤਰ ਦਾ ਜੰਗ ਹੋਇਆ ਸੀ ਉਦੋਂ ਦਾ ਖੂਨ ਪੀਤਾ ਮੁੜ ਕੇ ਖੂਨ ਹੀ ਨਹੀਂ ਮਿਲਿਆ ਕੋ ਸਤਨਾਮ। ਕਹਿੰਦੀ ਅੱਛਾ ਆਹ ਗੱਲ ਆ ਖੂਨ ਭਾਲਦੀ ਐ ਕੋਈ ਨਹੀਂ ਛੇਵੇਂ ਜਾਮੇ ਵਿੱਚ ਬਥੇਰਾ ਪਿਆ ਦਿਆਂਗੇ ਤੈਨੂੰ ਕੋ ਸਤ। 4 ਜੰਗਾਂ ਵੱਡੀਆਂ ਕੀਤੀਆਂ ਛੇਵੇਂ ਪਾਤਸ਼ਾਹ ਨੇ ਫਿਰ ਰਜਾਈ ਇਹ ਉਹਨੇ ਕਹਿੰਦੇ ਜੇ ਕਸਰ ਰਹੇਗੀ 10ਵੇਂ ਜਾਮੇ ਕੱਢ ਦਿਆਂਗੇ। ਇਹ ਸਾਰੇ ਜਾਨਵਰ ਕਹਿੰਦੇ ਤੈਨੂੰ ਸੀਸਾਂ ਦਿੰਦੇ ਆ ਕਿ ਤੂੰ ਇਹਨਾਂ ਨੂੰ ਰਜਾ ਦਿੱਤਾ ਹੈ ਮਾਸ ਖਵਾ ਕੇ ਖੂਨ ਪਿਆ ਕੇ ਜੰਗ ਦੇ ਮੈਦਾਨਾਂ 'ਚ। ਚਾਰ ਸੁਹਾਗ लिए विधवा एक बैरन की ते को दुख ताई। ਤਾਂ ਇੱਕ ਉਹਨਾਂ ਵੈਰੀਆਂ ਦੀਆਂ ਇਸਤਰੀਆਂ ਬੇਗਮਾਂ ਭਾਵ ਇਹਨਾਂ ਮੁਗਲਾਂ ਦੀਆਂ ਘਰਾਂ ਵਾਲੀਆਂ ਜਿਹੜੀਆਂ ਬੜੀਆਂ ਦੁਖਦਾਈ ਹਨ ਆਪਣੇ ਸੁਹਾਗਾਂ ਨੂੰ ਛੱਡ ਕੇ ਵਿਧਵਾ ਹੋ ਕਰਕੇ ਉਹ ਰੋ ਰਹੀਆਂ ਹਨ। ਆਗ ਕਹੇ ਗੁਰੂ ਗੋਬਿੰਦ ਕੇਰਾ ਨਾਰਦ ਕੀ ਕਰੋ ਵਧਾਈ। ਇਸ ਤਰ੍ਹਾਂ ਮਹਾਰਾਜ ਤੈਨੂੰ ਤਾਈਓ ਤਾਂ ਗੁਰੂ ਗੋਬਿੰਦ ਸਿੰਘ ਕਹਿੰਦੇ ਹਨ ਕਿ ਤੇਰੇ ਨਾਰਦ ਦੇ ਘਰ ਵਧਾਈਆਂ ਮਿਲ ਰਹੀਆਂ ਹਨ ਕਿਉਂਕਿ ਉਸ ਦੀ ਵਹੁਟੀ ਦਾ ਨਾਂ ਕਲਾ ਸੀ। ਪਹਿਲਾਂ ਆਪਾਂ ਗੱਲ ਕੀਤੀ ਨਾ ਕਲਾ ਤੇ ਨਾਰਦ ਦੇ ਦੋਨੇ ਸੀਗੇ। ਨਾਰਦ ਦੇ ਘਰੇ ਵਧਾਈਆਂ ਮਿਲ ਰਹੀਆਂ ਕਿ ਰੱਜ ਕੇ ਫਿਕਰ ਨਾ ਕਰ ਬੜੀਆਂ ਮਠਿਆਈਆਂ ਖਾਧੀਆਂ ਸੂਰਮਿਆਂ ਦੇ ਲਹੂ ਪੀਤੇ ਉਹਨਾਂ ਨੂੰ ਜਿਹੜੇ ਸ਼ਹੀਦ ਹੋਏ ਪਏ ਆ ਚਾਹੇ ਉਹ ਮੁਗਲ ਹੈ ਚਾਹੇ ਹੋਰ ਤਾਂ ਉਹਨਾਂ ਦਾ ਮਾਸ ਖਾਧਾ। ਕਹਿੰਦੇ ਨਾਰਦ ਮੁਨੀ ਦੇ ਘਰ ਕਲਾ ਜਿਹੜੀ ਆ ਵਧਾਈਆਂ ਦੇ ਰਹੀ ਹੈ ਪਰ ਮੁਗਲਾਂ ਦੇ ਘਰੇ ਰੋਣਾ ਪਿਆ ਹੋਇਆ ਜੀ। आवत न तीर तीर मान का कमान करे गोलन की गूंद धूंद बूंद मनो बार है। जिन्हां नूं अपने कमाना ते तीरां ते बड़ा मान सी ना ਉਹ ਤੇਰੇ ਤੀਰਾਂ ਨੂੰ ਵੇਖ ਕੇ ਤੇਰੇ ਕੰਨੀ ਤੀਰ ਚਲਾਉਣ ਦਾ ਹਿਆ ਹੀ ਨਹੀਂ ਕਰਦੇਗੇ। ਔਰ ਇਸ ਤਰ੍ਹਾਂ ਜੰਗ ਵਿੱਚ ਗੋਲੀਆਂ ਦੀ ਵਿਛਾੜ ਮਾਨੋ ਇਉਂ ਕਰਦੇ ਹੋ ਜਿਵੇਂ ਪਾਣੀ ਦੀ ਬਾਰਿਸ਼ ਹੁੰਦੀ ਹੈ। चीन पर चीन ले सहती है कोटे का कटारन को वीर अत बैठी बरदार है। ਛੁਰੀ ਨਾ ਸ਼ੋਤ ਗੁਰਜਨ ਸ਼ੀਨ ਬਰ ਸ਼ੀਨ ਲੈ ਸਹਿਤੀ ਹੈ ਕਿ ਇੱਕ ਕਹਿੰਦੇ ਮਹਾਰਾਜ ਤੇਰੀਆਂ ਵਰਸ਼ੀਆਂ ਨੂੰ ਜਦੋਂ ਚੱਲਦੀ ਆ ਉਹਨਾਂ ਦੀਆਂ ਵਰਸ਼ੀਆਂ ਤੇਰੀ ਸਹਿਤੀ ਤਲਵਾਰ ਜਿਹੜੀ ਹੈ ਖੋਹ ਲੈਂਦੀ ਹੈ ਭਾਵ ਉਹਨਾਂ ਦੇ ਹੱਥਾਂ 'ਚੋਂ ਡਗਵਾ ਦਿੰਦੀ ਹੈ। ਇੱਕ ਬੈਨ ਕੀ ਕਟਾਰਨ ਕੋ ਵੀਰ ਅਤ ਬੈਠੀ ਬਰਦਾਰ ਹੈ ਤੇ ਕਟਾਰ ਜਿਹੜੀ ਤੂੰ ਆਪਣੇ ਕਬਰ ਕਸੇ ਵਿੱਚ ਟੰਗੀ ਹੈ ਨੇੜੇ ਆਇਆਂ ਦੇ ਲਈ ਦੁਖਦਾਈ ਬਣ ਜਾਂਦੀ ਹੈ। ਛੋਰੀ ਨਾ ਛੋਤ ਗੁਰਜਨੋਂ ਕੀ ਗੁਰਜਨਾ ਪਰ ਤਬਰਨ ਕੋ ਨਿਵਾਰਤ ਨਿਹਾਰ ਹੈ। हे ਗੁਰੂ ਗੋਬਿੰਦ ਸਿੰਘ ਮਹਾਰਾਜ ਉਹਨਾਂ ਦਾ ਗੁਰਜ ਜਿਹੜਾ ਹੈ ਤੇਰੀ ਤਲਵਾਰ ਦੇ ਸ਼ਸਤਰ ਦੇ ਨੇੜੇ ਨਹੀਂ ਭਿੱਟਦਾ ਭਾਵ ਉਹ ਡਰ ਦੇ ਨੇੜੇ ਨਹੀਂ ਆਉਂਦੇ। ਚੰਗੇ ਕੁਹਾੜੀਆਂ ਨੂੰ ਵੱਢ ਸੁੱਟਦੀ ਹੈ ਤੇਰੀ ਤਲਵਾਰ। हे ਗੁਰੂ ਗੋਬਿੰਦ ਸਿੰਘ ਤੈਨੂੰ ਐਵੇਂ ਗੁਰੂ ਗੋਬਿੰਦ ਸਿੰਘ ਨਹੀਂ ਕਹਿੰਦੇ। ਸੈਨਾ ਆਰਕਾ ਕੀ ਕਹਾ ਕਉ ਸੁਹਾਗੀ ਗੁਰੂ ਗੋਬਿੰਦ ਕੇ ਕਰ ਐਸੀ ਬਾਕੀ ਤਲਵਾਰ ਹੈ। ਤੇਰੇ ਘਰ ਵਿੱਚ ਜਿਹੜੀ ਤਲਵਾਰ ਹੈ ਨਾ ਐਸੀ ਬਾਕੀ ਸੁੰਦਰ ਮੈਂ ਕੀ ਦੱਸਾਂ ਕਿ ਸੈਨਾ ਦਾ ਕਿਵੇਂ ਸਫਾਇਆ ਕਰਦੀ ਹੈ ਤੇ ਕਿਵੇਂ ਉਹਨਾਂ ਦੇ ਜ਼ਖਮ ਕਰਦੀ ਹੈ। ਇੱਕ ਸਤ ਮਿਆਨ ਤਹੀ ਛਟਾ ਕਨ ਮਿਆਨ ਤਹੀ ਕਾਲ ਜੀ ਲੈਲ ਹੈ ਹੋਈ ਰਹੀ ਹਲ ਹਲ। ਜਿਵੇਂ ਕਿਸੇ ਨੂੰ ਕੋਈ ਸਵਾਦਲੀ ਚੀਜ਼ ਦੇਖ ਕੇ ਮੂੰਹ ਚੋਂ ਪਾਣੀ ਨਿਕਲ ਆਉਂਦਾ ਫਿਰ ਉਹ ਜੀਭ ਮਾਰਦਾ ਬੁੱਲਾਂ ਦੇ ਉੱਤੇ
ਵੀ ਐਨ ਸਾਹਮਣੇ ਖਾਣ ਵਾਲੀ ਚੀਜ਼ ਆ ਗਈ ਆ, ਮੂੰਹ ਚੋਂ ਪਾਣੀ ਆ, ਉਹ ਪਾਣੀ ਬਾਹਰ ਡਿੱਗਦਾ, ਜੀਭ ਮਾਰ ਕੇ ਉਹਨੂੰ ਰੋਕਦਾ ਪਾਣੀ ਨੂੰ। ਕਹਿੰਦੇ ਤੇਰੀ ਤਲਵਾਰ ਜਦੋਂ ਮਿਆਨ ਚੋਂ ਨਿਕਲਦੀ ਆ, ਐਂ ਲੱਗਦਾ ਜਿਵੇਂ ਅਕਾਲ ਦੇ ਮੂੰਹ ਚੋਂ ਜੀਭ ਨਿਕਲ ਰਹੀ ਆ। ਕੋ ਸਤਨਾਮ, ਕਿਉਂਕਿ ਸਾਹਮਣੇ ਦੁਸ਼ਮਣ ਖੜੇ ਆ। ਇਹ ਤੇਰੀ ਤਲਵਾਰ ਕਾਲ ਦੀ ਜੀਭ ਹੈ। ਇੱਕ ਵਾਰੀ ਮਸਕੀਨ ਜੀ ਨੂੰ ਕਿਸੇ ਨੇ ਸਵਾਲ ਕਰਤਾ ਵੀ ਤੁਸੀਂ ਉਹਨਾਂ ਨੂੰ ਕਹਿੰਦੇ ਵੀ ਦੇਵਤੇ ਕਿਹੜਾ ਖਾਂਦੇ ਆ, ਹਿੰਦੂ ਮੱਤ ਵੱਲ ਨੂੰ ਕਹਿੰਦੇ ਵੀ ਦੇਵਤਿਆਂ ਨੂੰ ਭੋਗ ਲਵਾਉਣੇ, ਇਹਨਾਂ ਪ੍ਰਥਾਏ ਲਿਖਿਆ ਵੀ ਦੇਵਤਿਆਂ ਦੇ ਮੁੱਖ ਛਾਰ ਖਾ ਜਾਂਦੇ ਆਪ। ਕਹਿੰਦੇ ਵੀ ਤੁਹਾਡੇ ਘਰ ਵਿੱਚ ਕੌਣ ਖਾਂਦਾ ਪਹਿਲਾਂ, ਫਿਰ ਤੁਹਾਡਾ ਗੁਰੂ ਕਿਵੇਂ ਭੋਗ ਲਾਉਂਦਾ, ਸਾਨੂੰ ਦੱਸੋ। ਮਸਕੀਨ ਜੀ ਕਹਿੰਦੇ ਜਵਾਬ ਕੱਲ ਨੂੰ ਦੇਵਾਂਗੇ। ਦੂਜੇ ਦਿਨ ਆ ਕੇ ਫਿਰ ਪੁੱਛਦਾ, ਹਾਂ ਦੱਸੋ ਮਹਾਰਾਜ। ਤੇ ਕਹਿੰਦੇ ਮਸਕੀਨ ਜੀ ਨੇ ਕਿਹਾ ਵੀ ਗੱਲ ਸੁਣ, ਜਦੋਂ ਅਸੀਂ ਸ੍ਰੀ ਸਾਹਿਬ ਕੜਾਹ ਪ੍ਰਸ਼ਾਦ ਵਿੱਚ ਭੇਟ ਕਰਦੇ ਆ ਨਾ, ਇਹ ਸ੍ਰੀ ਸਾਹਿਬ ਅਕਾਲ ਪੁਰਖ ਦੀ ਜੀਭ ਹੈ। ਕਹੋ ਸਤਨਾਮ। ਇਹ ਰਸਨਾ ਉਸ ਦੀ ਅਕਾਲ ਪੁਰਖ ਦੀ, ਇਹ ਕਾਲ ਦੀ ਤੇ ਅਕਾਲ ਦੀ ਰਸਨਾ ਹੈ। ਇਹ ਜਦੋਂ ਦੇਗ 'ਚ ਭੇਟ ਹੁੰਦੀ ਹੈ ਇੱਥੇ ਵੀ ਭੋਗ ਲੱਗਦਾ ਹੈ, ਤੇ ਜਦੋਂ ਇਹ ਤਲਵਾਰ ਕਿਸੇ ਦੁਸ਼ਮਣ ਦੇ ਭੇਟ ਹੁੰਦੀ ਹੈ ਉਹਨੂੰ ਵੀ ਪਾਰ ਬੁਲਾ ਕੇ ਮੁਕਤੀ ਬਖਸ਼ਦੀ ਆ। ਕਹੋ ਸਤਨਾਮ। ਹੁਣ ਮੁੜ ਕੇ ਜਵਾਬ ਨਹੀਂ ਆਇਆ ਵੀ ਵਾਕਿਆ ਹੀ ਇੱਥੇ ਭੋਗ ਲੱਗਦਾ ਸ੍ਰੀ ਸਾਹਿਬ ਦੇ ਨਾਲ ਜੋ ਹੁਕਮ ਚ ਦਿੱਤਾ। ਅਸਲ ਦੇ ਵਿੱਚ ਇਹ ਕਾਲ ਦੀ ਜੀਭ ਹੈ। ਭਾਈ ਸਾਹਿਬ ਜੀ ਕਹਿੰਦੇ ਜਦੋਂ ਤੇਰੀ ਤਲਵਾਰ ਮਿਆਨ ਚੋਂ ਨਿਕਲਦੀ ਹੈ ਪਹਿਲਾਂ ਤਾਂ ਚਮਕਦੀ ਹੈ ਬਿਜਲੀ ਦੀ ਤਰ੍ਹਾਂ, ਤੇ ਫਿਰ ਵਰਦੀ ਹੈ ਜਾ ਕੇ ਦੁਸ਼ਮਣ ਤੇ ਜਿਵੇਂ ਕਾਲ ਦੀ ਜੀਭ ਹੋਵੇ। ਲਾਗੇ ਅਰ ਕਰ ਕੀਰੇ ਤਰ ਪਰ ਧਰ ਸਿਰ, ਧਰਤ ਨਾ ਤੀਰ ਚਾਰੋ ਚੱਕ ਪਰੇ ਚੱਲ ਚੱਲ। ਉਹ ਜਦੋਂ ਲੱਗਦੀ ਆ ਗਲੇ ਦੇ ਤੇ ਧੜ ਤੋਂ ਸਿਰ ਨੂੰ ਧਰਤੀ ਤੇ ਸਿੱਟ ਲੈਂਦੀ ਹੈ, ਫਿਰ ਵੈਰੀ ਨੂੰ ਧੀਰਜ ਨਹੀਂ ਆਉਂਦਾ। ਚਾਰੇ ਚੱਕਾਂ ਵਿੱਚ ਹਲਚੱਲੀ ਮਚ ਜਾਂਦੀ ਆ, ਪਿੱਛੇ ਨੂੰ ਭੱਜ ਲੈਂਦੇ ਆ, ਕੋਈ ਗਾਂਹ ਨਹੀਂ ਵੱਧਦਾ। ਆ ਭੀਮ ਚੰਦ ਵਰਗੇ ਆਪ ਨਹੀਂ ਅੱਗੇ ਹੋ ਕੇ ਲੜਦੇ, ਫੌਜ ਨੂੰ ਚਾਹੋ ਤੁਸੀਂ ਗਾਂਹ ਹੋ ਜਾਓ, ਚਾਹੋ ਤੁਸੀਂ ਗਾਂਹ ਹੋ ਜਾਓ, ਮਰਵਾਈ ਜਾਂਦੇ ਨੇ। ਆਪ ਡਰਦੇ ਪਿਛਾਂਹ ਨੂੰ ਭੱਜਦੇ ਐ। ਜਦੋਂ ਵੇਖਦੇ ਆ ਵੀ ਗੁਰੂ ਸਾਹਿਬ ਦੇ ਸਾਹਮਣੇ ਜਿਹੜੀ ਵੀ ਫੌਜ ਆ ਗਈ, ਜਿਵੇਂ ਅੱਜ ਕੱਲ੍ਹ ਬਰਸੀਨ ਨੂੰ ਕੱਟਣ ਦਾ ਇੱਕ ਨਵਾਂ ਹਥਿਆਰ ਆਇਆ, ਦਾਤੀ ਤੋਂ ਵੱਡਾ ਹੈ, ਮਾਰ ਮਾਰ ਕੇ ਵੱਢੀ ਜਾਂਦੇ ਐ, ਤਾਂ ਇਹ ਪਾਤਸ਼ਾਹ ਦੇ ਫੌਜਾਂ ਤਲਵਾਰ ਚਲਾ ਕੇ ਢੇਰ ਲਾਈ ਜਾਂਦੀਆਂ ਧੜਾਂ ਤੇ ਸਿਰਾਂ ਦੇ, ਤੇ ਮਗਰਲੀਆਂ ਫੌਜਾਂ ਡਰਦੀਆਂ ਪਿੱਛੇ ਭੱਜ ਜਾਂਦੀਆਂ ਜੀ। ਕੌਣ ਰਹੇ ਠੰਡ ਸ੍ਰੀ ਗੋਬਿੰਦ ਸਿੰਘ, ਆਪ ਆਗੇ ਜਲ ਥਲ ਉਥਲ, ਪੱਥਲ ਹੋਏ ਥਲ ਥਲ। ਤੇਰੇ ਅੱਗੇ ਕਿਹੜਾ ਖੜੇ ਗੁਰੂ ਗੋਬਿੰਦ ਸਿੰਘ, ਜਿਵੇਂ ਹੜ੍ਹ ਆਏ। ਆ ਵੇਖੇ ਨਾ ਪਹਾੜਾਂ 'ਚੋਂ ਹੜ੍ਹ ਆਉਂਦੇ, ਤੇ ਉਹ ਫਿਰ ਕੋਠੇ ਤੇ ਕਮਰੇ ਲੋਕਾਂ ਦੇ ਪਾਏ ਹੋਏ ਪਹਾੜਾਂ ਉੱਤੇ ਉਹ ਕਿਵੇਂ ਡਿੱਗਦੇ ਆ ਗੋਲੀਆਂ ਵਾਂਗੂ। ਕੋ ਸਤਨਾਮ। ਕਹਿੰਦੇ ਜਿਵੇਂ ਹੜ੍ਹ ਲਿਆ ਦਿੰਦਾ ਪਾਣੀ, ਜਲ ਥਲ ਹੋ ਜਾਂਦਾ ਹੈ, ਤੇ ਰਸਤੇ ਵਿੱਚ ਜੋ ਵੀ ਆਇਆ, ਗੱਡੀ ਆਈ, ਪਹਾੜ ਆਇਆ, ਪਹਾੜ ਤੇ ਬਣਿਆ ਘਰ ਆਇਆ, ਸਾਰਿਆਂ ਨੂੰ ਰੋੜਦਾ ਤੁਰਿਆ ਜਾਂਦਾ ਹੈ। ਧੰਨ ਹੈ ਤੂੰ ਗੁਰੂ ਗੋਬਿੰਦ ਸਿੰਘ, ਤੇਰੇ ਅੱਗੇ ਕਿਹੜਾ ਖੜੇ। ਬਾਜੇ ਬਿਨ ਦੇਰ ਨੇਰ ਕਰੀ ਨਾ ਸੰਤੋਖ ਸਿੰਘ, ਹਰ ਸ਼ਮਸ਼ੀਰ ਸਮਸ਼ੀਰ ਤੇਰੀ ਪਲ ਪਲ। ਤੇਰੀ ਤਲਵਾਰ ਨੂੰ ਦੇਖਦੇ ਹੀ ਦੁਸ਼ਮਣ ਤਿੱਤਰ ਬਿੱਤਰ ਹੋ ਜਾਂਦਾ ਹੈ, ਜਲਦੀ ਭੱਜਦਾ ਹੈ, ਭੱਜ ਕੇ ਜਾਨ ਬਚਾਉਣ ਦੀ ਕੋਸ਼ਿਸ਼ ਕਰਦਾ ਹੈ। ਬਾਬਰ ਕਵੀ ਹਜੂਰ ਗੁਰ ਕਹਿਤ ਸਵਾਈ ਪਾਸ। ਕਵੀ ਤਾਂ ਬਹੁਤ ਆਉਂਦੇ ਐ, ਪਰ 52 ਕਵੀ ਗੁਰੂ ਸਾਹਿਬ ਦੇ ਪੱਕੇ ਐ, ਜਿਹੜੇ ਗੁਰੂ ਸਾਹਿਬ ਦੇ ਕੋਲ ਹੀ ਰਹਿੰਦੇ ਹਨ ਹਮੇਸ਼ਾ। ਆਵੇ ਜਾਏ ਅਨੇਕੀ ਕਹਿ ਜਸ ਲੈ ਤਨ ਰਾਸ। ਹਾਂ, ਤੇ ਸਤਿਗੁਰਾਂ ਦੀਆਂ ਸਿਫਤਾਂ ਕਰਕੇ ਬੇਅੰਤ ਪੂੰਜੀ ਲੈ ਜਾਂਦੇ ਹਨ। ਤਿੰਨ ਕਵੀ ਅਨਬਾਨੀ ਰਚੇ, ਲਿਖ ਕਾਗਦ ਤੁਲਵਾਏ। ਉਹ ਜਿਹੜੇ ਕਵੀ ਪੌਂਟਾ ਸਾਹਿਬ ਜਾਂ ਆਨੰਦਪੁਰ ਸਾਹਿਬ ਆ ਕੇ ਕਵੀ ਜੋ ਰਚਨਾ ਕਰਦੇ ਸੀ, ਉਹ ਕਾਗਜ਼ਾਂ ਤੇ ਲਿਖੀ ਜਾਂਦੀ ਸੀ। ਨੌ ਮਨ ਹੋਏ ਤੋਲ ਮੈਂ ਸੁਖਮ ਲਿਖਤ ਲਿਖਾਈ। ਉਹ ਸਾਰੇ ਕਾਗਜ਼ ਇੱਕ ਦਿਨ ਤੋਲੇ ਗਏ, ਤੇ ਉਹਨਾਂ ਕਾਗਜ਼ਾਂ ਦਾ ਵਜ਼ਨ 9 ਮਣ ਸੀ। ਕੋ ਸਤਨਾਮ। ਹੁਣ ਘਰੇ ਜਾ ਕੇ ਕਿਤਾਬ ਤੋਲ ਕੇ ਦੇਖ ਲਓ, ਫਿਰ ਕਿੰਨੇ ਚੜ ਜਾਣਗੇ ਉਹਦੇ ਵਿੱਚ। 9 ਮਣ ਪੱਕੇ ਕਾਗਜ਼ਾਂ ਦੇ ਉੱਤੇ ਉਹਨਾਂ ਦੀਆਂ ਕਵਿਤਾਵਾਂ ਲਿਖੀਆਂ ਹੋਈਆਂ ਸਨ। ਵਿਦਿਆ ਤਰ ਤਿਸ ਗ੍ਰੰਥ ਕੋ ਨਾਮ ਧਰਿਓ ਕਰ ਪ੍ਰੀਤ। ਔਰ ਉਹਨਾਂ ਕਾਗਜ਼ਾਂ ਨੂੰ ਜੋੜ ਕਰਕੇ ਗ੍ਰੰਥ ਤਿਆਰ ਕੀਤਾ ਗਿਆ, ਜਿਸ ਦਾ ਨਾਮ ਵਿਦਿਆ ਧਰ ਰੱਖਿਆ ਗਿਆ ਜੀ। ਨਾਨਾ ਵਿਦ ਕਵਿਤਾ ਰਚੇ, ਰਖ ਰਖ ਨੌ ਰਸ ਰੀਤ। 9 ਰਸਾਂ ਦੀਆਂ ਕਵਿਤਾਵਾਂ, 9 ਰਸ ਹਨ ਸਾਡੇ ਜੀਵਨ ਵਿੱਚ। ਉਹਨਾਂ 9 ਰਸਾਂ ਦੇ ਵਿੱਚ ਪ੍ਰੇਮ ਰਸ, ਵਿਰਾਗ ਰਸ, ਵੀਰ ਰਸ ਆਦਿ ਆਦਿ
ਇਹ ਸਾਰੇ ਰਸਾਂ ਵਿੱਚ ਰਚੀਆਂ ਹੋਈਆਂ ਕਵਿਤਾਵਾਂ ਦਾ ਗ੍ਰੰਥ ਬਣਾਇਆ ਗਿਆ, ਜਿਹਦਾ ਨਾਮ ਵਿਦਿਆ ਧਰ ਰੱਖਿਆ ਗਿਆ। ਇਹ ਵਿਦਿਆ ਧਰ ਗ੍ਰੰਥ ਕਿੱਧਰ ਗਿਆ, ਇਹ ਆਉਣ ਵਾਲੇ ਸਮੇਂ ਵਿੱਚ ਆਪਾਂ ਅਗਲੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਬੋਲਦਿਆਂ ਨੇ ਇੱਕ ਅੱਖਰ ਬਾਅਦ ਘਾਟ ਹੋ ਜਾਂਦੇ, ਸਿੱਖ ਸੰਗਤਾਂ ਦੇ ਸਤਿਗੁਰੂ ਬਖਸ਼ਣ ਜੋਗ ਹੈ, ਬਖਸ਼ ਲੈਣਾ ਜੀ। ਸਮਾਪਤੀ ਕਰੀਏ। हे अच्युत हे पार ब्रह्म अविनाशी अविनाश हे पूरन हे सर्व मैं पंचन गुणतास हे संगी हे निरंकार हे निर्गुण सब टेक हे गोविंद हे गुण निधान जाके सदा विवेक हे अपरंपर हर हरे जे हो बनहार हे संत कै सदा संग तारा आधार हे ठाकुर दासरो निर्गुण गुण नहीं कोई नानक दीजै नाम दान आए प्रभ शरणागति कृपा नित दयाल एक अखर हर मन बसत नानक निहाल एक ओंकार सतगुरु प्रसाद सच हुए वाहिगुरु जी की फतेह है विनाशन सोए वाहिगुरु जी की फतेह है विनाशन सोए वाहिगुरु जी का खालसा वाहिगुरु जी की फतेह। बहुत बहुत धन्यवाद सर्वत संगत।